ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜਾ ਅਸੀਂ ਪਿਛਲਾ ਐਪੀਸੋਡ ਕੀਤਾ ਸੀ ਉਹਦੇ ਵਿੱਚ ਮੈਂ ਜੋਤ ਦੀ ਗੱਲ ਕੀਤੀ ਸੀ ਔਰ ਗੱਲ ਇੱਕ ਸਵਾਲ ਦਾ ਜਿਹੜਾ ਉੱਤਰ ਹੈ ਉਸ ਸਵਾਲ ਦਾ ਉੱਤਰ ਦੇਣ ਦੀ ਮੈਂ ਕੋਸ਼ਿਸ਼ ਕੀਤੀ ਸੀਗੀ। ਮੈਨੂੰ ਫੀਡਬੈਕ ਆਇਆ ਉਸ ਐਪੀਸੋਡ ਦਾ, ਬਹੁਤਾ ਵਧੀਆ ਫੀਡਬੈਕ ਨਹੀਂ ਆਇਆ। ਫੀਡਬੈਕ ਇਹ ਆਇਆ ਕਿ ਜਿਹੜੀ ਜੋਤ ਦੀ ਗੱਲ ਕਰਕੇ ਅਤੇ ਵਿੱਚ ਮੈਂ ਸਪਿਰਿਚੁਅਲ DNA ਦੀ ਗੱਲ ਕੀਤੀ ਆ ਤਾਂ ਉਹ ਨਹੀਂ ਕਰਨੀ ਚਾਹੀਦੀ ਸੀ। ਮੈਨੂੰ ਸਪਿਰਿਚੁਅਲ DNA ਦੀ ਗੱਲ ਨਹੀਂ ਕਰਨੀ ਚਾਹੀਦੀ ਸੀ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਵੀ ਹਾਂ, ਸਵੀਕਾਰ ਵੀ ਕਰਦੀ ਹਾਂ। ਮੈਂ ਇਹ ਵੀ ਜਾਣਦੀ ਹਾਂ ਕਿ ਸਪਿਰਿਚੁਅਲ ਜਾਂ ਅਧਿਆਤਮ ਦਾ ਜਾਂ ਜਿਹੜੀ ਆਤਮਾ ਹੈ ਉਹਦਾ ਕੋਈ DNA ਹੁੰਦਾ ਨਹੀਂ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ 100%। DNA ਜਿਹੜੀ ਹੈ ਉਹ ਸਿਰਫ ਇੱਕ ਸਾਇੰਟੀਫਿਕ ਟਰਮ ਹੈ ਔਰ ਮੈਂ ਉਹਨੂੰ ਕਿਉਂ ਯੂਜ਼ ਕੀਤਾ ਸੀਗਾ ਕਿ ਮੈਂ ਸਿਰਫ ਇੱਕ ਸਮਝਾਉਣ ਦੇ ਲਈ ਇੱਕ ਗੱਲ ਨੂੰ ਇੱਕ ਨੁਕਤਾ ਮਾਤਰ, ਮੈਂ ਉਹ ਜਿਹੜਾ ਵਰਡ ਆ ਉਹਨੂੰ ਯੂਜ਼ ਕੀਤਾ ਸੀਗਾ, ਇੱਕ ਨੁਕਤਾ ਮਾਤਰ। ਉਹ ਕਿੱਦਾਂ ਸੀ, ਮੇਰਾ ਸਿਰਫ ਇੰਨਾ ਕੀ ਮਤਲਬ ਸੀਗਾ, ਤਾਂ ਹੀ ਮੈਂ ਗੱਲ ਸ਼ੁਰੂ ਕੀਤੀ ਸੀਗੀ ਫਿਜ਼ੀਕਲ DNA ਤੋਂ, ਕਿਉਂਕਿ ਜਿਹੜੀ ਮੈਂ ਇਹ ਗੱਲ ਕਹੀ ਸੀ ਕਿ ਜਿਹੜੀ ਪੜਦਾਦੀ ਆ ਉਹਨੇ ਜਿਹੜੀ ਪੜਪੋਤੀ ਆ ਉਹਨੇ ਆਪਣੀ ਪੜਦਾਦੀ ਵੇਖੀ ਨਹੀਂ ਹੁੰਦੀ, ਪਰ ਜਿਨ੍ਹਾਂ ਲੋਕਾਂ ਨੇ ਉਹਦੀ ਇੱਕ ਬੱਚੇ ਦੀ ਪੜਦਾਦੀ ਵੇਖੀ ਆ ਅਤੇ ਉਹ ਅਕਸਰ ਹੀ ਕਹਿ ਦਿੰਦੇ ਆ ਕਿ ਇਹਦੀ ਜਿਹੜਾ ਨੱਕ ਆ ਨਾ ਇਹਦੀ ਪੜਦਾਦੀ 'ਤੇ ਆ, ਇਹਦਾ ਜੁੱਸਾ ਜਿਹੜਾ ਨਾ ਉਹ ਆਪਣੇ ਇਹ ਤਾਂ ਬਣਿਆ। ਸਾਡੇ ਪੰਜਾਬ ਵੱਲ ਆਮ ਹੀ ਇਹ ਗੱਲ ਨਿਕਲਦੀ ਆ ਕਿ ਲਓ ਜੀ ਇਹ ਤਾਂ ਬਣਿਆ ਬਣਾਇਆ ਜਿਹੜਾ ਨਾ ਉਹ ਫਲਾਣਾ ਸਿੰਘ ਹੈ, ਮਤਲਬ ਉਹਦੇ ਜਿਹੜੇ ਵੱਡ ਵਡੇਰਿਆਂ ਦੇ ਵਿੱਚੋਂ ਅਕਸਰ ਹੀ ਇਹ ਗੱਲ ਆ ਜਾਂਦੀ ਹੈ ਕਿ ਆਪਣੇ ਵੱਡ ਵਡੇਰਿਆਂ ਨਾਲ ਬੱਚਾ ਰਲਦਾ ਮਿਲਦਾ। ਸੋ ਜਿਹੜਾ DNA ਹੈ ਉਹਦੇ ਨਾਲ ਬੱਚੇ ਨੂੰ ਪਛਾਣਨ ਦੇ ਵਿੱਚ ਜਿਹੜੀ ਹੈ ਕਿ ਹਾਂਜੀ ਆਹ ਬੱਚਾ ਇਸ ਪਰਿਵਾਰ ਦਾ, ਕਿਉਂਕਿ ਉਹਨਾਂ ਦੀ DNA ਇੱਕ ਸਿਮਿਲੈਰਿਟੀ ਹੈ। ਤਾਂ DNA ਦਾ ਜਿਹੜਾ ਮੈਂ ਹਵਾਲਾ ਲਿਆ ਸੀਗਾ ਨਾ ਜੀ, ਉਹ ਸਿਰਫ ਇੰਨਾ ਸੀਗਾ ਕਿ DNA ਫਿਜ਼ੀਕਲ ਬੋਡੀ ਦੀ ਇੱਕ ਕੋਡਿੰਗ ਹੈ ਜੋ ਪਰਮਾਤਮਾ ਨੇ, ਅਕਾਲ ਪੁਰਖ ਨੇ ਕੀਤੀ, ਕੋਈ ਸਾਇੰਸ ਨੇ ਨਹੀਂ ਕੀਤੀ। ਸਾਇੰਸ ਨੇ ਸਿਰਫ ਨਾਮ ਦੇ ਦਿੱਤਾ ਇਹਨੂੰ ਕਿ DNA ਹੈ। ਉਹ ਕੋਡਿੰਗ ਜਿਹੜੀ ਆਪਣੀ ਐਨਸੈਸਟਰੀ ਨੂੰ ਯਾਦ ਰੱਖਦੀ ਹੈ, ਉਹਦੇ 'ਚ ਗੁਣ ਐਸੇ ਆ ਜਾਂਦੇ ਆ ਉਸ ਬੱਚੇ ਦੇ ਵਿੱਚ, ਦਿੱਖ ਦੇ ਵਿੱਚ, ਕਿਉਂਕਿ ਸਿਰਫ ਸਰੀਰਕ ਤੌਰ ਦੇ ਉੱਤੇ ਜਿਹੜੀ ਹੈ ਉਹ DNA ਦੀ ਗੱਲ ਹੋ ਸਕਦੀ ਆ। ਤਾਂ ਉਹ ਦਿੱਖ ਐਸੀ ਆ ਜਾਂਦੀ ਹੈ ਕਿ ਉਹ ਦਿੱਖ ਦੇ ਕਰਕੇ ਹੀ ਉਸ DNA ਸੇਮ ਹੋਣ ਦੇ ਕਰਕੇ, ਇੱਕੋ ਜਿਹੀ ਦਿੱਖ ਹੋਣ ਦੇ ਕਰਕੇ ਉਹ ਆਪਾਂ ਸਮਝ ਲੈਂਦੇ ਕਿ ਇਹ ਬੱਚਾ ਫਲਾਣੇ ਪਰਿਵਾਰ ਦਾ ਜਾਂ ਇਹ ਬੱਚੇ ਦਾ ਜਿਹੜਾ ਦਾਦਾ ਪੜਦਾਦਾ ਉਹ ਇਹ ਹੈਗਾ। ਸੋ ਇਹ ਮੇਰਾ ਸਿਰਫ ਇੱਕ ਨੁਕਤਾ ਮਾਤਰ ਸੀਗਾ, ਸਿਰਫ ਇੱਕ ਉਦਾਹਰਣ ਵਜੋਂ ਮੈਂ ਇਹ ਗੱਲ ਕੀਤੀ ਸੀਗੀ। ਅਤੇ ਉਸੇ ਚੀਜ਼ ਨੂੰ ਮੈਂ ਸਮਝਾਉਣ ਦੇ ਲਈ ਜਿਹੜੀ ਹੈਗੀ ਆ ਉਹ ਸਪਿਰਿਚੁਅਲ DNA ਦੀ ਗੱਲ ਕਰ ਲਈ। ਅਤੇ ਮੇਰਾ ਮਤਲਬ ਬਿਲਕੁਲ ਵੀ ਇਹ ਨਹੀਂ ਹੈ ਕਿ ਆਤਮਾ ਦਾ ਵੀ ਕੋਈ DNA ਹੁੰਦਾ, ਕਿਉਂਕਿ ਆਤਮਾ ਜਿਹੜੀ ਆ ਉਹ ਕਿਸੇ ਵੀ ਸਰੀਰਾਂ ਦੀ ਮੁਹਤਾਜ ਨਹੀਂ ਹੁੰਦੀ। ਆਤਮਾ ਜਿਹੜੀ ਆ ਉਹੀ ਆਪਾਂ ਬੋਲਦੇ ਕਿ ਆਤਮਾ ਅਮਰ ਆ, ਔਰ ਆਤਮਾ ਕਦੀ ਵੀ ਸਰੀਰਾਂ ਦੇ ਕਰਕੇ ਬਣਦੀ ਵੀ ਨਹੀਂ। ਜਿਹੜਾ DNA ਹੈ ਉਹ ਤਾਂ ਸਰੀਰ ਦੇ ਕਰਕੇ ਹੀ ਬਣੂਗਾ, ਇੰਨੀ ਗੱਲ ਮੈਂ ਸਮਝਦੀ ਵੀ ਹਾਂ। ਔਰ ਮੈਂ ਜਿਹੜਾ ਇਹ ਵਰਡ ਯੂਜ਼ ਕੀਤਾ ਸੀਗਾ ਸਪਿਰਿਚੁਅਲ DNA ਦਾ, ਸਿਰਫ ਇਸ ਕਰਕੇ ਯੂਜ਼ ਕੀਤਾ ਸੀ ਕਿ ਮੈਂ ਸਮਝਾ ਸਕਾਂ ਜੋ ਮੈਂ ਸਮਝਾਉਣਾ ਚਾਹੁੰਦੀ ਹਾਂ, ਕਿ ਉਹ ਬਿਲਕੁਲ ਉੱਦਾਂ ਦੇ ਹੀ ਜਦੋਂ ਹੋ ਜਾਂਦੇ ਨੇ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਕਿ ਇਹ ਤਾਂ ਹੁਣ ਇਹਨਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਖੈਰ, ਮੈਂ ਆਪਣੀ ਜੇ ਇਹ ਗਲਤੀ ਹੈ ਤਾਂ ਮੈਂ ਇਹਨੂੰ ਗਲਤੀ ਨੂੰ ਸਵੀਕਾਰ ਕਰਦੀ ਹਾਂ। ਜੇ ਮੈਂ ਸਮਝਾ ਨਹੀਂ ਪਾਈ ਮੈਂ ਉਸ ਚੀਜ਼ ਨੂੰ ਵੀ ਸਵੀਕਾਰ ਕਰਦੀ ਹਾਂ। ਮੈਂ ਜੋ ਸਮਝਾਉਣਾ ਜਾਂ ਜੋ ਕਹਿ ਲਓ ਕਿ ਜੋ ਆਪ ਜੀ ਨਾਲ ਗੱਲ ਕਰਨੀ ਚਾਹੁੰਦੀ ਸੀ ਉਹ ਇਹ ਸੀਗੀ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਦੇ ਨੇ ਤਾਂ ਉਹਨਾਂ ਦੀ ਗੁਰਬਾਣੀ, ਉਹਨਾਂ ਦੀ ਬਾਣੀ ਦੇ ਵਿੱਚੋਂ ਹੀ ਮੈਂ ਹਵਾਲਾ ਲਿਆ ਸੀ ਕਿ ਕਿਵੇਂ ਹੌਲੀ ਹੌਲੀ ਉਹ ਗੁਰੂ ਅਮਰਦਾਸ ਹੀ ਹੋ ਜਾਂਦੇ ਨੇ। ਉਹਨਾਂ ਦੇ ਵਿੱਚ ਅਤੇ ਗੁਰੂ ਅਮਰਦਾਸ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਭਾਈ ਜੇਠਾ ਜਦੋਂ ਗੁਰੂ ਮਹਾਰਾਜ ਦੇ ਚਰਨੀ ਆ ਕੇ ਲੱਗਦੇ ਨੇ ਤਾਂ ਉਹ ਬੋਲਦੇ ਨੇ, ਔਰ ਉਹਨਾਂ ਦੀ ਬਾਣੀ ਹੈ, ਇਹ ਮੈਂ ਆਪਣੇ ਪੱਲਿਓਂ ਕੁਛ ਨਹੀਂ ਕਹਿ ਰਹੀ, ਉਹਨਾਂ ਦੀ ਬਾਣੀ ਹੈ। ਗੁਰੂ ਪਾਤਸ਼ਾਹ ਦੱਸਦੇ ਨੇ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰਨਾਮੇ ਹਰ ਸੁਹਾਇਆ, ਕਿ ਜਦੋਂ ਉਸ ਗੁਰੂ ਦਾ ਜਿਹੜਾ ਮਣੀ ਰੂਪੀ ਜਿਹੜਾ ਹੱਥ ਹੈ ਉਹ ਮੇਰੇ ਮਸਤਕ 'ਤੇ ਆਇਆ ਤਾਂ ਮੇਰੀ ਉਸ ਹਰ ਨਾਮ ਦੇ ਨਾਲ ਲਿਵ ਲੱਗ ਗਈ। ਹੁਣ ਹਰ ਨਾਮ ਦੇ ਨਾਲ ਮਤਲਬ ਉਸ ਪਰਮਾਤਮਾ ਅਕਾਲ ਪੁਰਖ ਦੇ ਨਾਲ ਲਿਵ ਲੱਗ ਗਈ, ਯਾਨੀ ਕਿ ਉਹਨਾਂ ਦੇ ਅੰਦਰੋਂ ਭਗਤੀ ਜਿਹੜੀ ਹੈ ਉਹ ਉਤਪੰਨ ਹੋਈ। ਹੁਣ ਆਪਾਂ ਇਸ ਨੂੰ ਸਟੈਪ ਬਾਏ ਸਟੈਪ ਸਮਝਦੇ ਚੱਲੀਏ ਕਿ ਗੁਰੂ ਰਾਮਦਾਸ ਜਿਹੜੇ ਕਿ ਭਾਈ ਜੇਠਾ ਨੇ, ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਮਿਲਦੇ ਨੇ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਜਿਹੜਾ ਹੱਥ ਹੈ ਮੇਰੇ ਮਸਤਕ 'ਤੇ ਆਉਣ ਦੇ ਨਾਲ ਮੈਨੂੰ ਭਗਤੀ ਦੀ ਜਿਹੜੀ ਹੈ ਨਾ ਉਹ ਤਾਂਘ ਲੱਗੀ।
ਉਸ ਭਗਤੀ ਤੋਂ ਬਾਅਦ ਫਿਰ ਉਹ ਨਾਲ ਹੀ ਸੇਵਾ ਦੀ ਗੱਲ ਵੀ ਕਰਦੇ ਨੇ ਕਿ ਫਿਰ ਮੈਂ ਸੇਵਾ ਵੱਲ, ਮੇਰੇ ਅੰਦਰ ਰਸ ਪੈਦਾ ਹੋ ਗਿਆ ਭਗਤੀ ਦੇ ਨਾਲ, ਤੇ ਮੇਰਾ ਮਨ ਜਿਹੜਾ ਆਪ ਮੁਹਾਰੇ ਹੀ ਸੇਵਾ ਕਰਨ ਵੱਲ ਚੱਲ ਪਿਆ, ਕਿਉਂਕਿ ਗੁਰੂ ਅਮਰਦਾਸ ਆਪ ਸੇਵਾ ਦੇ ਪੁੰਜ ਨੇ, ਉਹ ਵੀ ਸੇਵਾ ਕਰਕੇ ਜਾਣੇ ਜਾਂਦੇ ਨੇ, ਤੇ ਜੈਸਾ ਗੁਰੂ ਵੈਸਾ ਚੇਲਾ ਤਾਂ ਹੋਣਾ ਹੀ ਹੋਣਾ ਨਾ। ਤਾਂ ਉਹਨਾਂ ਦਾ ਵੀ ਮਨ ਜਿਹੜਾ, ਉਹਨਾਂ ਦਾ ਵੀ ਧਿਆਨ ਜਿਹੜਾ ਉਹ ਸੇਵਾ ਵੱਲ ਲੱਗ ਜਾਂਦਾ। ਹੁਣ ਇਹੀ ਗੱਲ ਮੈਂ ਡਿਸਕਸ ਕੀਤੀ ਸੀਗੀ ਕਿ ਜਦੋਂ ਉਹ ਸੇਵਾ ਕਰ ਰਹੇ ਨੇ ਤੇ ਸੇਵਾ ਦਾ ਸਭ ਤੋਂ ਪਹਿਲਾ ਪੈਰਾਮੀਟਰ ਹੁੰਦਾ ਕਿ ਉਹ ਤੁਹਾਡੇ ਅੰਦਰੋਂ ਊਚ ਨੀਚ ਸਭ ਕੁਝ ਖਤਮ ਕਰ ਦਿੰਦੀ ਹੈ। ਔਰਤ, ਆਦਮੀ, ਇਹ ਭੇਦ ਜਿਹੜੇ ਨੇ ਨਾ, ਕੈਟਾਗਰੀਜ਼ ਨੇ, ਇਹ ਖਤਮ ਕਰ ਦਿੰਦੀ ਹੈ। ਗਰੀਬ ਅਮੀਰ, ਬਹੁਤ ਵਾਰੀ ਗੱਲ ਆਉਂਦੀ ਹੈ ਕਿ ਦਰਬਾਰ ਸਾਹਿਬ, ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਜੋੜਾ ਘਰ ਦੀ ਸੇਵਾ ਹੁੰਦੀ ਆ, ਉੱਥੇ ਇੱਕ ਜੱਜ ਵੀ ਸੇਵਾ ਕਰ ਰਿਹਾ ਹੁੰਦਾ, ਇੱਕ ਰਿਕਸ਼ੇ ਵਾਲਾ ਵੀ ਸੇਵਾ ਕਰ ਰਿਹਾ ਹੁੰਦਾ, ਔਰ ਉਹ ਦੋਨੋਂ ਹੀ ਜਿਹੜੇ ਆ ਉਹ ਜੋੜਾ ਹੀ ਝਾੜਨ ਦੀ ਸੇਵਾ ਕਰ ਰਹੇ ਹੁੰਦੇ ਆ। ਔਰ ਫਿਰ ਇਹ ਵੀ ਗੱਲ ਹੈਗੀ ਆ ਕਿ ਭਾਵੇਂ ਇੱਕ ਜੱਜ ਲੱਗਾ ਹੋਵੇ, ਭਾਵੇਂ ਕਲੈਕਟਰ ਲੱਗਾ ਹੋਵੇ, ਜਿਹੜਾ ਜੋੜਿਆਂ ਦੀ ਸੇਵਾ ਕਰ ਰਿਹਾ, ਤੇ ਅੱਗੋਂ ਕੋਈ ਆ ਕੇ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਗਰੀਬ ਤੋਂ ਗਰੀਬ ਬੰਦਾ ਵੀ ਆ ਕੇ ਆਪਣੇ ਜੋੜੇ ਦਿੰਦਾ, ਤੇ ਉਸ ਜੱਜ ਸਾਹਿਬ ਨੂੰ ਉਹਨਾਂ ਦੇ ਜੋੜੇ ਚੱਕਣੇ ਹੀ ਪੈਣਗੇ, ਕਿਉਂਕਿ ਉਹ ਸੰਗਤ ਰੂਪ ਨੇ। ਤੋ ਇਹਦੇ ਨਾਲ ਹੁੰਦਾ ਕੀ ਆ ਕਿ ਉਹ ਜਿਹੜੀ ਇੱਕ ਕੈਟਾਗੋਰੀਕਲ ਡਿਫਰੈਂਸਿਸ ਆ ਨਾ, ਉਹਨੂੰ ਖਤਮ ਕੀਤਾ ਜਾਂਦਾ। ਤਾਂ ਜਦੋਂ ਭਾਈ ਜੇਠਾ ਜੀ, ਜਿਹੜੇ ਕਿ ਹੁਣ ਭਗਤੀ ਵਿੱਚ ਭਿੱਜੇ ਹੋਏ ਨੇ, ਹਰ ਨਾਮ ਦੀ ਭਗਤੀ ਦੇ ਵਿੱਚ ਭਿੱਜੇ ਹੋਏ ਨੇ, ਉਹਨਾਂ ਦੇ ਅੰਦਰ ਇੱਕ ਰਸ ਪੈਦਾ ਹੋਇਆ ਤੇ ਉਹਨਾਂ ਨੇ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਤੋਂ ਬਾਅਦ ਉਹ ਆਪ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ ਕਿ ਮੇਰੇ ਅੰਦਰ ਇੱਕ ਸਮਦ੍ਰਿਸ਼ਟੀ ਆ ਗਈ, ਮੈਨੂੰ ਸਮਦ੍ਰਿਸ਼ਟੀ ਮਿਲ ਗਈ। ਸਮਦ੍ਰਿਸ਼ਟੀ ਮਤਲਬ ਨਾ ਕੋ ਵੈਰੀ ਨਾ ਹੀ ਬੇਗਾਨਾ। ਉਹਨਾਂ ਦਾ ਕੋਈ ਨਾ ਵੈਰੀ ਰਿਹਾ, ਨਾ ਕੋਈ ਬੇਗਾਨਾ ਰਿਹਾ, ਨਾ ਕੋਈ ਉੱਚਾ ਰਿਹਾ, ਨਾ ਕੋਈ ਨੀਵਾਂ ਰਿਹਾ, ਸਭ ਉਹਨਾਂ ਲਈ ਇੱਕ ਬਰਾਬਰ ਹੋ ਗਏ। ਸਾਰੇ ਉਹਨਾਂ ਦੇ ਲਈ ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤ ਰੂਪ ਹੋ ਗਏ। ਔਰ ਉਹ ਆਪਣੀ ਬਾਣੀ 'ਚ ਹੀ ਲਿਖਦੇ ਨੇ, ਸਭ ਏਕ ਦ੍ਰਿਸ਼ਟ ਸਮਤ ਕਰ ਦੇਖੇ, ਸਭ ਆਤਮ ਰਾਮ ਪਛਾਣ ਜੀਓ। ਇਹ ਹੁਣ ਮੈਂ ਸਾਰੀਆਂ ਗੱਲਾਂ ਪਿਛਲੇ ਐਪੀਸੋਡ ਵਿੱਚ ਕੀਤੀਆਂ ਨੇ, ਇਹ ਸਾਰੀ ਗੁਰਬਾਣੀ ਦਾ ਹਵਾਲਾ ਮੈਂ ਲਿਆ, ਬਟ ਫਿਰ ਵੀ ਮੈਨੂੰ ਇਹ ਦੁਬਾਰਾ ਰਿਪੀਟ ਕਰਨਾ ਜ਼ਰੂਰੀ ਆ ਆਪਣੀ ਗੱਲ ਰੱਖਣ ਦੇ ਲਈ। ਸੋ ਜਿਹੜੇ ਭਾਈ ਜੇਠਾ ਜੀ ਨੇ, ਹਰ ਭਗਤੀ ਵਿੱਚ ਲੱਗ ਕੇ ਫਿਰ ਉਹ ਅੱਗੇ ਸੇਵਾ ਕਰਨੀ ਸ਼ੁਰੂ ਕਰਦੇ ਨੇ। ਸੇਵਾ ਦੇ ਵਿੱਚੋਂ ਉਹਨਾਂ ਨੂੰ ਸਮਦ੍ਰਿਸ਼ਟੀ ਮਿਲਦੀ ਹੈ, ਤੇ ਸਮਦ੍ਰਿਸ਼ਟੀ ਜਦੋਂ ਮਿਲ ਜਾਂਦੀ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਇਨਸਾਨ ਨਿਰਵੈਰ ਹੋ ਗਿਆ, ਕਿਉਂਕਿ ਉਹਦੇ ਵਿੱਚ ਫਿਰ ਉਹਦਾ ਕੋਈ ਦੁਸ਼ਮਣ ਵੀ ਨਹੀਂ ਰਹਿੰਦਾ, ਉਹਦਾ ਕੋਈ ਦੋਸਤ ਨਹੀਂ, ਉਹਦਾ ਕੋਈ ਦੁਸ਼ਮਣ ਨਹੀਂ, ਸਾਰੇ ਉਹਦੇ ਲਈ ਇੱਕ ਬਰਾਬਰ ਹੋ ਜਾਂਦੇ ਨੇ। ਤਾਂ ਉਹ ਨਿਰਵੈਰ ਹੋ ਗਿਆ। ਹੁਣ ਮੂਲ ਮੰਤਰ ਤੇ ਆ ਜਾਈਏ। ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਮੂਲ ਮੰਤਰ ਦਾ ਜਿਹੜਾ ਸਿਧਾਂਤ ਹੈ ਨਿਰਵੈਰ ਤੇ ਨਿਰਭਉ ਦਾ, ਉਹਦੇ ਚੋਂ ਹੀ ਜਿਹੜਾ ਇੱਕ ਖਾਲਸਾ ਰੂਪ ਹੈ ਨਾ, ਉਹ ਸਿਰਜਿਆ ਜਾਂਦਾ। ਸੋ ਨਿਰਵੈਰ ਜਿਹੜਾ ਉਹ ਸੇਵਾ ਨੇ ਉਹਨਾਂ ਨੂੰ ਨਿਰਵੈਰ ਬਣਾਤਾ ਸਮਦ੍ਰਿਸ਼ਟੀ ਦੇ ਕੇ। ਤੇ ਉਸ ਜਦੋਂ ਸਮਦ੍ਰਿਸ਼ਟੀ ਹੋ ਜੂਗੀ ਬੰਦੇ ਦੀ, ਉਸ ਸਮੇਂ ਉਹ ਸੰਗਤ ਕਰਨ ਦੇ ਕਾਬਿਲ ਹੋ ਜਾਊਗਾ। ਕਿਉਂਕਿ ਜਦ ਤੱਕ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨਾਲ ਇਹ ਹੁੰਦਾ ਹੀ ਹੈ ਨਾ, ਜੇਕਰ ਸਾਡੇ ਦਿਮਾਗ ਦੇ ਵਿੱਚ ਇਹੀ ਰਿਹਾ ਗੁਰੂ ਦੀ ਹਜ਼ੂਰੀ ਵਿੱਚ ਬੈਠਿਆਂ ਵੀ ਕਿ ਮੈਂ ਤਾਂ ਅਮੀਰ ਆ ਐਵੇਂ ਗਰੀਬ ਜਿਹਾ ਬੰਦਾ ਵਿੱਚ ਆ ਕੇ ਬੈਠ ਗਿਆ, ਜਾਂ ਇਹ ਲੱਗਿਆ ਕਿ ਮੈਂ ਤਾਂ ਬਹੁਤ ਪੜ੍ਹਿਆ ਲਿਖਿਆ, ਐਵੇਂ ਅਨਪੜ੍ਹ ਜਿਹੜੇ ਵਿੱਚ ਆ ਕੇ ਬੈਠ ਗਏ। ਔਰ ਅਕਸਰ ਇਹ ਗੱਲਾਂ ਹੁੰਦੀਆਂ ਨੇ, ਇਹ ਗੱਲਾਂ ਕੋਈ ਮਨ ਘੜਤ ਗੱਲਾਂ ਨਹੀਂ, ਆਪ ਸਭ ਜਾਣਦੇ ਹੋ, ਇਹ ਗੱਲਾਂ ਹੁੰਦੀਆਂ ਨੇ ਕਿ ਸਾਡੇ ਗੁਰਦੁਆਰਾ ਵਿੱਚ ਵੀ ਜਦੋਂ ਆਪਾਂ ਜਾਂਦੇ ਹਾਂ, ਤੇ ਮੇਰੀ ਕਈ ਵਾਰ ਕਈਆਂ ਲੋਕਾਂ ਨੇ, ਇਹਨੂੰ ਮੈਂ ਬਹਿਸ ਹੀ ਕਹੂੰਗੀ ਕਿਉਂਕਿ ਕੁਛ ਲੋਕ ਸਮਝਦੇ ਵੀ ਨਹੀਂ ਹੁੰਦੇ, ਤੇ ਉਹਨਾਂ ਨੇ ਕਹਿਣਾ ਹੁੰਦਾ ਕਿ ਅੱਛਾ ਉਹ ਜਿਹੜੇ ਪਾਠੀ ਸਿੰਘ ਐਵੇਂ ਅਨਪੜ੍ਹ ਜੇ ਹੁੰਦੇ। ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਕਿ ਕਮਾਲ ਦੀ ਗੱਲ ਹੈ ਨਾ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਪੜ੍ਹੇ ਹੋਏ ਆ। ਜਿਹੜੀਆਂ ਇਹ ਡਿਫਰੈਂਸਿਸ ਨੇ ਨਾ, ਜਿਹੜੇ ਇਹ ਜਿਹੀਆਂ ਕੈਟਾਗਰੀਜ਼ ਨੇ, ਔਰ ਸਾਡੇ ਬਹੁਤ ਸਾਰੇ ਗ੍ਰੰਥੀ ਸਿੰਘ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਨੇ, ਬਟ ਉਹਨਾਂ ਦੀ ਇੱਕ ਇਹਨਾਂ ਨੇ ਜਿਹੜੇ ਆਪਣੇ ਆਪ 'ਚ ਜਿਹੜੇ ਬੁੱਧੀਜੀਵੀ ਬਣਦੇ ਨੇ ਨਾ, ਉਹਨਾਂ ਨੇ ਇੱਕ ਕੈਟਾਗਰੀ ਬਣਾ ਲਈ ਹੈ ਕਿ ਜਿਹੜਾ ਵੀ ਗੁਰੂ ਦੀ ਗੱਲ ਕਰੂਗਾ, ਜਿਹੜਾ ਵੀ ਇਤਿਹਾਸ ਦੀ ਗੱਲ ਕਰੂਗਾ, ਉਹ ਅਨਪੜ੍ਹ ਹੋਊਗਾ। ਖੈਰ, ਮੈਂ ਆਪਣੀ ਗੱਲ ਤੇ ਵਾਪਸ ਆਉਣੀ ਆ। ਸੋ ਉਹ ਜਿਹੜੀ ਸਮਦ੍ਰਿਸ਼ਟੀ ਹੈ, ਜਦੋਂ ਸੇਵਾ ਤੋਂ ਬਾਅਦ ਉਹਨਾਂ ਦੇ ਅੰਦਰ ਇਹ ਗੱਲ ਆ ਗਈ, ਨਿਰਵੈਰਤਾ ਆ ਗਈ, ਤੇ ਨਿਰਵੈਰਤਾ ਤੋਂ ਬਾਅਦ ਜਦੋਂ ਕੋਈ ਸੰਗਤ ਵਿੱਚ ਬੈਠੂਗਾ, ਜਦੋਂ ਉਸਨੂੰ ਸੰਗਤ ਵਿੱਚ ਬੈਠਿਆ ਇਹ ਨਹੀਂ ਲੱਗੂਗਾ ਕਿ ਮੈਂ ਤੇ ਇਹਨਾਂ ਦੇ ਵਿੱਚ ਬਹਿਣ ਦੇ ਕਾਬਿਲ ਹੀ ਨਹੀਂ ਸੀਗਾ। ਹੁਣ ਜਿਹੜੀਆਂ ਬਹੁਤੇ ਜਗ੍ਹਾਵਾਂ ਦੇ ਉੱਤੇ ਸਾਡੇ ਜਿਹੜੀਆਂ ਕੁਰਸੀਆਂ ਦੇ ਵਿੱਚ, ਕੁਛ ਤਾਂ ਚਲੋ ਜੀ ਆਪਾਂ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਲੈ ਆਏ, ਉਹ ਇੱਕ ਅਲੱਗ ਡਿਫਰੈਂਟ ਟੌਪਿਕ ਆ। ਕਈਆਂ ਦੀ ਜਿਨ੍ਹਾਂ ਬਜ਼ੁਰਗਾਂ ਦੇ ਗੋਡੇ ਦੁਖਦੇ ਆ, ਗਿੱਟੇ ਦੁਖਦੇ ਆ, ਚਲੋ ਉਹ ਤਾਂ ਬੈਠੇ ਸਮਝ ਲੱਗਦੀ ਆ। ਤੇ ਜਿਹੜੇ ਐ ਯੰਗ ਮੁੰਡੇ ਕੁੜੀਆਂ, ਉਹ ਵੀ ਜਾ ਕੇ ਪਿੱਛੇ ਕੁਰਸੀਆਂ ਤੇ ਬਹਿੰਦੇ, ਉਹਨਾਂ ਦੇ ਦਿਮਾਗ 'ਚ ਕੀ ਹੁੰਦਾ ਹੋਊਗਾ? ਸੋਚ ਕੇ ਦੇਖੀਏ ਨਾ ਕਿ ਉਹਨਾਂ ਦੇ ਦਿਲ 'ਚ ਕੀ ਆਉਂਦਾ ਹੋਊਗਾ ਕਿ ਆਈ ਕੈਨੋਟ ਸਿਟ, ਮੈਂ ਥੱਲੇ ਕਿਉਂ ਬਵਾਂ, ਮੈਂ ਕ੍ਰਾਸ ਲੈਗਡ ਕਿਉਂ ਬਵਾਂ, ਹੈ ਨਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਜਦੋਂ ਆਪਣੇ ਅੰਦਰ ਹਉਮੈ ਆ ਗਈ ਨਾ, ਤੇ ਉਦੋਂ ਸਾਡੇ ਅੰਦਰ ਵੈਰ ਆਉਣਾ ਸ਼ੁਰੂ ਹੁੰਦਾ ਹੈ। ਅਸੀਂ ਜਾਂ ਇਹ ਕਹਿ ਲਓ ਕਿ ਵੈਰ ਤੋਂ ਹਉਮੈ ਆਉਂਦੀ ਆ, ਦੋਨਾਂ ਹੀ ਇੱਕ ਦੂਜੇ ਦੇ ਬਾਏ ਪ੍ਰੋਡਕਟ ਹੈ ਦੋਨੋਂ ਹੀ।
ਤਾਂ ਉਸ ਸਮੇਂ ਤੁਸੀਂ ਸੰਗਤ ਵਿੱਚ ਬੈਠੇ ਨਾ ਬੈਠੇ ਇੱਕ ਬਰਾਬਰ ਹੈ। ਸੋ ਭਾਈ ਜੇਠਾ ਜੀ ਜਿਨ੍ਹਾਂ ਨੂੰ ਹੁਣ ਸਮਦ੍ਰਿਸ਼ਟੀ ਮਿਲ ਗਈ ਹੈ ਗੁਰੂ ਦੀ ਕਿਰਪਾ ਦੇ ਨਾਲ, ਉਹ ਹੁਣ ਇਸ ਸਮੇਂ ਸੰਗਤ ਕਰ ਰਹੇ ਨੇ ਔਰ ਉਹ ਕਹਿੰਦੇ ਕਿ ਮੈਨੂੰ ਸੰਗਤ ਵਿੱਚ ਬੜਾ ਆਨੰਦ ਆ ਰਿਹਾ। ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ, ਹੈ ਨਾ। ਉਹ ਆਪ ਦੱਸਦੇ ਨੇ ਕਿ ਮੇਰੇ ਜਦੋਂ ਮੈਂ ਸਤਸੰਗ ਦੇ ਵਿੱਚ ਬੈਠਦਾ, ਸਤਸੰਗ ਵਿੱਚ ਬੈਠਣ ਦੇ ਨਾਲ ਹੀ ਉਹਨਾਂ ਦੀ ਜਿਹੜੀ ਉਹਨਾਂ ਦੇ ਮਨ ਦਾ ਜਿਹੜਾ ਹੈਗਾ ਉਹ ਇੱਕ ਉਹਨਾਂ ਨੂੰ ਰਸ ਆਉਣਾ ਸ਼ੁਰੂ ਹੁੰਦਾ। ਤਾਂ ਉਸ ਦਾ ਹੁਣ ਅਗਲਾ ਮਤਲਬ ਕੀ ਆ ਕਿ ਉਸੇ ਸਮੇਂ ਦੇ ਉੱਤੇ ਉਸ ਸ਼ਬਦ ਦੇ ਨਾਲ ਜੋੜਨਾ ਸ਼ੁਰੂ ਹੋ ਗਏ, ਕਿਉਂਕਿ ਹੁਣ ਜੋ ਸੰਗਤ ਦੇ ਵਿੱਚ ਵਰਤ ਰਿਹਾ ਹੈ, ਜੋ ਕੀਰਤਨ ਹੈ, ਕੀਰਤਨ ਕੀ ਹੈ? ਕੀਰਤਨ ਸ਼ਬਦ ਦਾ ਪ੍ਰਵਾਹ ਹੋ ਰਿਹਾ। ਉੱਥੇ ਗੁਰੂ ਅਮਰਦਾਸ ਪਾਤਸ਼ਾਹ ਚਾਹੇ ਹੈ ਚਾਹੇ ਨਹੀਂ ਨੇ, ਉਹ ਅਗਰ ਇੱਧਰ ਉੱਧਰ ਵੀ ਕਿਤੇ ਹੈਗੇ ਨੇ ਤਦ ਵੀ ਕੀਰਤਨ ਚੱਲ ਰਿਹਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਮੰਜੀ ਸਿਸਟਮ ਜਿਹੜੀ ਆ ਉਹ ਸਟੈਬਲਿਸ਼ ਹੋ ਚੁੱਕਾ। ਸੋ ਜ਼ਰੂਰੀ ਨਹੀਂ ਕਿ ਗੁਰੂ ਅਮਰਦਾਸ ਪਾਤਸ਼ਾਹ ਹਰ ਜਗ੍ਹਾ ਦੇ ਉੱਤੇ ਜਾਣਗੇ, ਪਰ ਜਿੱਥੇ ਕੀਰਤਨ ਹੋ ਰਿਹਾ, ਜਿੱਥੇ ਬਾਣੀ ਹੋ ਰਹੀ ਹੈ, ਉੱਥੇ ਗੁਰੂ ਮਹਾਰਾਜ ਸ਼ਬਦ ਰੂਪ ਦੇ ਵਿੱਚ ਅਵੇਲੇਬਲ ਹੀ ਨੇ, ਉਹ ਸ਼ਬਦ ਰੂਪ ਦੇ ਵਿੱਚ ਉੱਥੇ ਪ੍ਰੈਜ਼ੈਂਟ ਨੇ। ਔਰ ਇਹੀ ਗੱਲ ਜਿਹੜੀ ਆ ਉਹ ਭਾਈ ਜੇਠਾ ਜੀ ਨੂੰ ਜਦੋਂ ਸਮਝ ਆ ਜਾਂਦੀ ਹੈ, ਕਿਉਂਕਿ ਉਸ ਸੰਗਤ ਦੇ ਵਿੱਚ ਉਹਨਾਂ ਨੂੰ ਰਸ, ਉਸ ਕੀਰਤਨ ਦੇ ਵਿੱਚ ਉਹਨਾਂ ਨੂੰ ਰਸ ਮਿਲਣ ਲੱਗ ਜਾਂਦਾ, ਉਹ ਗੁਰੂ ਅਮਰਦਾਸ ਪਾਤਸ਼ਾਹ ਨੂੰ ਹੁਣ ਸਰੀਰ ਰੂਪੀ ਨਹੀਂ ਜਾਣਦੇ, ਹੁਣ ਉਹਨਾਂ ਨੂੰ ਸ਼ਬਦ ਰੂਪੀ ਜਾਂ ਸਮਝਣ ਲੱਗ ਜਾਂਦੇ ਨੇ। ਸੋ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਮੇਰਾ ਗੁਰੂ ਹੈ, ਗੁਰੂ ਅਮਰਦਾਸ ਪਾਤਸ਼ਾਹ, ਉਹ ਗੁਰੂ ਨਾਨਕ ਦਾ ਰੂਪ ਜੋ ਕਿ ਸ਼ਬਦ ਨੇ, ਉਹ ਸ਼ਬਦ ਹੀ ਨੇ, ਉਹਨਾਂ ਦਾ ਗੁਰੂ ਵੀ ਹੁਣ ਸ਼ਬਦ ਹੋ ਗਿਆ। ਸੋ ਉਹ ਹੁਣ ਗੁਰੂ ਅਮਰਦਾਸ ਮਹਾਰਾਜ ਨੂੰ ਸਿਰਫ ਸ਼ਬਦ ਮਾਤਰ ਨਹੀਂ, ਸਰੀਰ ਮਾਤਰ ਨਹੀਂ ਸਮਝ ਰਹੇ, ਉਹ ਉਹਨਾਂ ਨੂੰ ਬਕਾਇਦਾ ਸ਼ਬਦ ਮਾਤਰ ਸਮਝਣ ਲੱਗ ਗਏ ਨੇ। ਔਰ ਜਦੋਂ ਸ਼ਬਦ ਦੇ ਨਾਲ ਉਹ ਸ਼ਬਦ ਦੇ ਲੜ ਲੱਗ ਗਏ, ਜਦੋਂ ਭਾਈ ਜੇਠਾ ਨਿਰਵੈਰ ਹੋ ਕੇ ਔਰ ਸ਼ਬਦ ਦੇ ਲੜ ਲੱਗ ਗਏ, ਤਾਂ ਹੁਣ ਉਹਨਾਂ ਦਾ ਗੁਰੂ ਗੁਰੂ ਨਾਨਕ ਵਾਲਾ ਹੀ ਗੁਰੂ ਹੋ ਗਿਆ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਇੱਧਰ ਵੀ ਹੁਣ ਜਿਹੜੀ ਚੇਲਾ ਹੈ ਉਹ ਉਹਨਾਂ ਦੀ ਸੁਰਤ ਹੋ ਗਈ, ਤੇ ਜਿਹੜਾ ਗੁਰੂ ਸ਼ਬਦ ਹੈ ਉਹ ਗੁਰੂ ਹੋ ਗਿਆ। ਤਾਂ ਹੁਣ ਇਹ ਭਾਈ ਜੇਠਾ ਜੀ ਵੀ ਆ, ਉਹ ਸਰੀਰਕ ਤੌਰ ਦੇ ਉੱਤੇ ਜਿਹੜਾ ਹੈ ਉਹ ਜਾਂ ਇਹ ਕਹਿ ਲਓ ਕਿ ਬੋਡੀ ਜਿਹੜੀ ਆ ਉਹ ਇੱਕ ਨਲ ਐਂਡ ਵੋਇਡ ਹੋ ਗਈ, ਉਹਨਾਂ ਦੀ ਸ਼ਬਦ ਗੁਰੂ ਹੋ ਗਿਆ, ਤੇ ਉਹਨਾਂ ਦੀ ਵੀ ਜਿਹੜੀ ਸੁਰਤ ਹੈ ਉਹ ਚੇਲਾ ਹੋ ਗਈ। ਸੋ ਉਹ ਗੁਰੂ ਨਾਨਕ ਵਾਲਾ ਹੀ ਬਿਲਕੁਲ ਸਿਮਿਲੈਰਿਟੀ ਹੋ ਗਈ ਉਹਨਾਂ ਦੇ ਵਿੱਚ, ਉਹ ਗੁਰੂ ਨਾਨਕ ਹੀ ਹੋ ਗਏ। ਤੇ ਜਦੋਂ ਇਸ ਤਰੀਕੇ ਨਾਲ ਹੋ ਜਾਂਦੇ ਨੇ, ਹੁਣ ਆਪਾਂ ਇਹ ਸੋਚੀਏ ਕਿ ਜਦੋਂ ਉਹਨਾਂ ਨੇ ਸ਼ਬਦ, ਜਦੋਂ ਉਹਨਾਂ ਦੇ ਸ਼ਬਦ ਦੇ ਲੜ ਲੱਗ ਗਏ, ਤਾਂ ਉੱਥੇ ਆ ਕੇ ਉਹ ਨਿਰਭਉ ਹੋ ਗਏ, ਕਿਉਂਕਿ ਜਦ ਤੱਕ ਆਪਾਂ ਸਰੀਰਾਂ ਦੇ ਨਾਲ ਜੁੜੇ ਹੋਏ ਹਾਂ ਤੇ ਉਦੋਂ ਤੱਕ ਸਾਡੇ ਅੰਦਰ ਕਿਸੇ ਨਾ ਕਿਸੇ ਤਰੀਕੇ ਦਾ ਭੈ ਹੋਣਾ ਹੀ ਹੋਣਾ। ਜਦੋਂ ਉਹ ਸ਼ਬਦ ਦੇ ਨਾਲ, ਅਕਾਲ ਪੁਰਖ ਦੇ ਨਾਲ ਸਿੱਧਾ ਉਹਨਾਂ ਦਾ ਲਿੰਕ ਹੋ ਜਾਂਦਾ ਹੈ, ਗੁਰੂ ਅਮਰਦਾਸ ਮਹਾਰਾਜ ਨੂੰ ਉਹ ਸ਼ਬਦ ਰੂਪ ਸਮਝ ਲੈਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹੀ ਸ਼ਬਦ ਹੈ ਨਾ। ਗੁਰੂ ਅਮਰਦਾਸ ਸ਼ਬਦ ਰੂਪ ਹੀ ਨੇ, ਜਿਹਨੂੰ ਕਿਹਾ ਜਾਂਦਾ ਹੈ ਕਿ ਆਪ ਨਾਰਾਇਣ ਕਲਾ ਧਾਰਸ ਜਗ ਮੇ ਪਰਵਰਿਓ। ਬੇਸ਼ੱਕ ਇਹ ਗੱਲਾਂ, ਇਹ ਜਿਹੜੀ ਗੱਲ ਹੈ ਉਹ ਗੁਰੂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਲਈ ਬੋਲੀ ਹੈ, ਪਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਵੀ ਕਲਾ ਨਾਰਾਇਣ ਹੀ ਹੋ ਜਾਂਦੇ ਨੇ, ਉਹ ਵੀ ਬਿਲਕੁਲ ਗੁਰੂ ਨਾਨਕ ਹੀ ਹੋ ਜਾਂਦੇ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਨਾਨਕ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਤੇ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਹੁਣ ਜਦੋਂ ਭਾਈ ਜੇਠਾ ਜਿਹੜੇ ਨੇ ਉਹ ਭਗਤੀ ਦੇ ਵਿੱਚੋਂ ਉਹ ਨਿਰਵੈਰ ਵੀ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਫਿਰ ਉਹ ਨਿਰਭਉ ਵੀ ਹੋ ਜਾਂਦੇ ਨੇ, ਔਰ ਉਸ ਵੇਲੇ ਜਾ ਕੇ ਜਿਹੜਾ ਉਹਨਾਂ ਦਾ ਗੁਰੂ ਵੀ ਸ਼ਬਦ ਹੋ ਜਾਂਦਾ ਹੈ, ਤਾਂ ਉਹ ਵੀ ਬਿਲਕੁਲ ਗੁਰੂ ਨਾਨਕ ਹੀ ਹੋ ਜਾਂਦੇ ਨੇ। ਸੋ ਗੁਰੂ ਨਾਨਕ ਤੇ ਗੁਰੂ ਰਾਮਦਾਸ ਦੇ ਵਿੱਚ ਉਦੋਂ ਭਾਈ ਜੇਠਾ ਜਿਹੜੇ ਨੇ ਉਹ ਫਿਰ ਗੁਰੂ ਰਾਮਦਾਸ ਹੁੰਦੇ ਨੇ, ਤਾਂ ਗੁਰੂ ਨਾਨਕ ਔਰ ਗੁਰੂ ਰਾਮਦਾਸ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਉਹ ਦੋਨੋਂ ਇੱਕ ਹੀ ਹੈ। ਤਾਂ ਜਿਹੜਾ ਵੀ ਕੋਈ ਗੁਰੂ ਰਾਮਦਾਸ ਮਹਾਰਾਜ ਨੂੰ ਵੇਖੂਗਾ ਤੇ ਉਹ ਕਹੂਗਾ ਇਹ ਗੁਰੂ ਨਾਨਕ ਹੀ ਹੈ, ਮੈਂ ਗੁਰੂ ਨਾਨਕ ਦੇ ਹੀ ਦਰਸ਼ਨ ਕੀਤੇ ਆ। ਔਰ ਜਿਹੜਾ ਨਹੀਂ ਕਰ ਸਕਦਾ, ਇਹਦਾ ਮਤਲਬ ਹੈ, ਜਿਹੜਾ ਇਹ ਕਹੂਗਾ ਨਹੀਂ ਇਹ ਗੁਰੂ ਨਾਨਕ ਨਹੀਂ, ਗੁਰੂ ਰਾਮਦਾਸ ਹੈ, ਇਹਦਾ ਮਤਲਬ ਹੈ ਕਿ ਉਹਨੂੰ ਸਿੱਖੀ ਸਿਧਾਂਤ ਦੀ ਸਮਝ ਹੀ ਨਹੀਂ ਆਈ। ਸੋ ਜਦੋਂ ਮੇਰਾ ਸਿਰਫ ਇੰਨਾ ਕੀ ਸਮਝਾਉਣ ਦਾ ਮਤਲਬ ਸੀ ਕਿ ਜਿਵੇਂ DNA ਦੇ ਅਕੋਰਡਿੰਗ ਕਹਿ ਦਿੰਦੇ ਨਾ ਕਿ ਹਾਂਜੀ ਇਹ ਫਲਾਣੇ ਦਾ ਬੱਚਾ ਹੋ ਸਕਦਾ ਜਾਂ ਇਹ ਫਲਾਣੇ ਵਰਗਾ ਹੋ ਸਕਦਾ, ਤੇ ਜਿਹੜਾ ਹੁਣ ਅਧਿਆਤਮ ਹੈ ਜਾਂ ਸਪਿਰਿਚ ਜਿਹੜੀ ਆਤਮਾ ਹੈ ਉਹਦਾ ਐਜ਼ ਇਟ ਇਜ਼ ਤਾਂ ਕੋਈ DNA ਹੋ ਨਹੀਂ ਸਕਦਾ, ਕਿਉਂਕਿ ਉਹ ਸਰੀਰਾਂ ਨਾਲ ਤੇ ਬਣੀ ਨਹੀਂ, ਇਸ ਕਰਕੇ ਉਹ ਕਿਸੇ ਵਰਗਾ ਜਾਂ ਕਿਸੇ ਦਾ ਬੱਚਾ ਨਹੀਂ ਹੁੰਦਾ, ਉਹ ਉਹੀ ਹੋ ਜਾਂਦਾ। ਤੇ ਇਹੀ ਸਮਝਾਉਣ ਨੂੰ ਮੈਂ ਇੱਕ ਸਪਿਰਿਚੁਅਲ DNA ਦੀ ਗੱਲ ਕੀਤੀ ਸੀ, ਜੋ ਕਿ ਮੇਰਾ ਇਹੀ ਸੀਗਾ ਕਿ ਭਾਈ ਜੇਠਾ ਜਦੋਂ ਗੁਰੂ ਰਾਮਦਾਸ ਹੋ ਜਾਂਦੇ ਨੇ ਤਾਂ ਉਹਨਾਂ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਉਹ ਇੱਕ ਹੀ ਹੋ ਜਾਂਦੇ ਨੇ। ਦਰਅਸਲ ਗੁਰੂ ਨਾਨਕ ਹੀ ਉਹਨਾਂ ਦੇ ਥਰੂ ਬੋਲ ਰਹੇ ਨੇ। ਤੇ ਜੇ ਆਪਾਂ ਉਹਨਾਂ ਦੀ ਬਾਣੀ, ਜੇ ਮੈਂ ਇਹ ਕਹਾਂ ਕਿ ਗੁਰੂ ਰਾਮਦਾਸ ਦੀ ਬਾਣੀ ਗੁਰੂ ਨਾਨਕ ਦੀ ਹੀ ਬਾਣੀ ਹੈ, ਤੇ ਇਹ ਕੋਈ ਅਤਕਥਨੀ ਨਹੀਂ, ਕਿਉਂਕਿ ਗੁਰੂ ਰਾਮਦਾਸ ਆਪ ਹੀ ਗੁਰੂ ਨਾਨਕ ਨੇ।
ਸੋ ਗੁਰੂ ਨਾਨਕ ਹੀ ਗੁਰੂ ਰਾਮਦਾਸ ਨੇ ਇਹ ਗੱਲ ਮੈਂ ਸਮਝਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। ਹੁਣ ਇਸੇ ਹੀ ਚੀਜ਼ ਨੂੰ ਅੱਗੇ ਚੱਲਦਿਆਂ ਆਪਾਂ ਸਿੱਖ ਪੰਥ ਵਿੱਚ ਵੀ ਦੇਖਦੇ ਹਾਂ। ਹੁਣ ਇਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ ਕਿ ਉਹ ਲੋਕ ਜਿਹੜੇ ਦੱਬੇ ਕੁਚਲੇ ਸੀ, ਕੁੱਟ ਖਾ ਰਹੇ ਸੀ, ਲੁੱਟੇ ਜਾ ਰਹੇ ਸੀ ਧਰਮ ਦੇ ਨਾਮ ਦੇ ਉੱਪਰ, ਪੋਲੀਟੀਕਲੀ ਲੋਕਾਂ ਦੇ ਕੋਲੋਂ ਹਰ ਤਰੀਕੇ ਨਾਲ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਸੀ, ਜਿਹੜਾ ਇੰਨਾ ਬੁਰੀ ਤਰ੍ਹਾਂ ਨਾਲ ਉਹ ਡਿਸਕ੍ਰਿਮੀਨੇਟ ਹੋਏ ਲੋਕ, ਪਹਿਲਾਂ ਗੁਰੂ ਮਹਾਰਾਜ ਉਹਨਾਂ ਨੂੰ ਭਗਤੀ ਦੇ ਲੜ ਲਾਉਂਦੇ ਨੇ, ਭਗਤੀ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਆ ਸੇਵਾ ਦੀ ਦਾਨ ਦਿੰਦੇ ਨੇ, ਔਰ ਉਹੀ ਲੋਕ ਹੌਲੀ ਹੌਲੀ ਕਰਕੇ ਜਦੋਂ ਸੇਵਾ ਵੀ ਕਰਨ ਲੱਗ ਜਾਂਦੇ ਨੇ ਉਹ ਨਿਰਵੈਰ ਹੋ ਜਾਂਦੇ ਨੇ। ਜਦੋਂ ਉਹ ਨਿਰਵੈਰ ਹੋ ਜਾਂਦੇ ਨੇ ਤਾਂ ਬਕਾਇਦਾ ਜਿਹੜੇ ਪੰਜਵੇਂ ਪਾਤਸ਼ਾਹ ਦੀ ਜਦੋਂ ਸ਼ਹੀਦੀ ਹੁੰਦੀ ਹੈ, ਇਹ ਗੱਲ ਆਪਾਂ ਪਹਿਲਾਂ ਵੀ ਬਹੁਤ ਵਾਰੀ ਕਰ ਚੁੱਕੇ, ਤਾਂ ਸਿੱਖਾਂ ਨੂੰ ਉਹ ਸ਼ਹੀਦੀ ਦੇਣਾ ਵੀ ਮਤਲਬ ਸੱਚ ਦੇ ਰਾਹ ਦੇ ਉੱਤੇ ਚੱਲਦਿਆਂ ਉਹਨਾਂ ਨੂੰ ਆਪਣੀ ਜਾਨ ਕੁਰਬਾਨ ਕਰਨਾ ਵੀ ਦੱਸ ਦਿੰਦੇ ਨੇ ਗੁਰੂ ਮਹਾਰਾਜ। ਜਦੋਂ ਇਸ ਤਰੀਕੇ ਦੇ ਲੋਕ ਤਿਆਰ ਹੋ ਜਾਂਦੇ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਮੀਰੀ ਪੀਰੀ ਦੇ ਨਾਲ ਲਾਉਂਦੇ ਨੇ ਕਿ ਇਹ ਸਿਰਫ ਸੰਤ ਨਹੀਂ ਹੋਣਗੇ, ਇਹ ਸੰਤ ਤੇ ਸਿਪਾਹੀ ਹੋਣਗੇ, ਯਾਨੀ ਕਿ ਨਿਰਵੈਰ ਤੇ ਨਿਰਭਉ ਦੋਵੇਂ ਚੀਜ਼ਾਂ ਉਹਨਾਂ ਦੇ ਵਿੱਚ ਚੱਲਣਗੀਆਂ। ਚੱਲਦੇ ਚੱਲਦੇ ਜਦੋਂ ਉਹ ਨਿਰਵੈਰ ਲੋਕ ਜਿਹੜੇ ਹੁਣ ਹੋ ਗਏ, ਉਹ ਆਤਮਿਕ ਤੌਰ ਤੇ ਇੰਨੇ ਸਟਰੋਂਗ ਹੋ ਗਏ ਕਿ ਉਹਨਾਂ ਨੂੰ ਸਮਝ ਲੱਗ ਗਈ ਕਿ ਸਾਡਾ ਗੁਰੂ ਸ਼ਬਦ ਰੂਪ ਹੈ, ਔਰ ਉਹ ਸ਼ਬਦ ਦੇ ਲੜ ਲੱਗ ਗਏ। ਜਦੋਂ ਉਹਨਾਂ ਨੇ ਇਹ ਸਮਝਣਾ ਸ਼ੁਰੂ ਕਰਤਾ ਕਿ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਪੋਥੀ ਪਰਮੇਸ਼ਰ ਕਾ ਥਾਨ, ਤਾਂ ਇਹ ਸਿਰਫ ਗੱਲ ਨਹੀਂ ਹੈਗੀ, ਵਾਕਈ ਹੀ ਪੋਥੀ ਜਿਹੜੀ ਹੈ ਉਹ ਸਾਡੇ ਗੁਰੂ ਦੇ ਰੂਪ ਦੇ ਵਿੱਚ ਹੈਗੀ ਆ। ਸੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਵਿਸਾਖੀ ਉੱਤੇ ਜਿਹੜਾ ਖਾਲਸਾ ਪੰਥ ਤਿਆਰ ਕਰਦੇ ਨੇ, ਤੇ ਫਿਰ ਗੁਰਿਆਈ ਜਦੋਂ ਦਿੱਤੀ ਜਾਂਦੀ ਹੈ ਤਾਂ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦਿੱਤੀ ਜਾਂਦੀ ਹੈ। ਇਹ ਗੱਲ ਸਾਨੂੰ ਸਮਝਣੀ ਪਊਗੀ। ਹੁਣ ਇਹ ਜਿਹੜਾ ਗੁਰੂ ਪੰਥ ਹੈ ਇਹ ਕਿਉਂ ਲੋਕ ਸੀ? ਰॉ ਮਟੀਰੀਅਲ ਤਾਂ ਉੱਥੋਂ ਹੀ ਆਇਆ ਸੀਗਾ ਨਾ, ਪਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਅਧਿਆਤਮਿਕ ਲੈਵਲ ਹੈ ਉਹ ਇਸ ਲੈਵਲ ਦਾ ਕਰ ਦਿੱਤਾ ਕਿ ਉਹ ਸ਼ਬਦ ਨੂੰ ਸਮਝਣ ਦੇ ਯੋਗ ਹੋ ਗਏ ਔਰ ਉਹਨਾਂ ਵਿੱਚ ਸ਼ਬਦ ਵਰਤ ਸਕਦਾ ਸੀ। ਸੋ ਇੰਨੀ ਕੁ ਮੇਰੀ ਗੱਲ ਸੀਗੀ ਜਿਹੜੀ ਮੈਂ ਸਮਝਾਉਣੀ ਚਾਹੁੰਦੀ ਸੀਗੀ। ਖੈਰ, ਜਦੋਂ ਜਿਹੜਾ ਮੈਨੂੰ ਫੀਡਬੈਕ ਆਇਆ ਕਿ ਪਿਛਲਾ ਜਿਹੜਾ ਐਪੀਸੋਡ ਸੀ ਉਹਨੇ ਕਨਫਿਊਜ਼ਨ ਜ਼ਿਆਦਾ ਪਾਤੀ, ਮੈਂ ਸਮਝ ਸਕਦੀ ਹਾਂ ਕਿ ਕਨਫਿਊਜ਼ਨ ਕਿਉਂ ਪਈ। ਕਨਫਿਊਜ਼ਨ ਇਸ ਕਰਕੇ ਪਈ ਕਿਉਂਕਿ ਜਿਹੜਾ ਸਵਾਲ ਸੀਗਾ ਨਾ ਉਹ ਸਵਾਲ ਇਹ ਸੀ ਕਿ ਜੇਕਰ ਜੀ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਸਾਹਿਬ 'ਚ ਜਾਂਦੀ ਹੈ ਤੇ ਇਹਦਾ ਮਤਲਬ ਗੁਰੂ ਅੰਗਦ ਸਾਹਿਬ 'ਚੋਂ ਦੋ ਜੋਤਾਂ ਹੋ ਗਈਆਂ, ਤੇ ਫਿਰ ਗੁਰੂ ਨਾਨਕ ਦੀ ਜੋਤ ਕਿੱਥੇ ਗਈ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਉਸ ਸਮੇਂ ਆਪਣੀ ਸਰੀਰ ਦੇ ਵਿੱਚ ਨੇ। ਤਾਂ ਇਹ ਜਿਹੜਾ ਸਵਾਲ ਹੈ ਨਾ, ਇਹ ਸਵਾਲ ਹੀ ਗੈਰ ਸਿਧਾਂਤਕ ਸਵਾਲ ਹੈ। ਸੋ ਗੈਰ ਸਿਧਾਂਤਕ ਸਵਾਲ ਨੂੰ ਮੈਂ ਗੈਰ ਸਿਧਾਂਤਕ ਤਰੀਕੇ ਨਾਲ ਹੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਔਰ ਜਿਹਦੇ ਵਿੱਚ ਮੈਨੂੰ ਸ਼ੋਰ ਆ, ਮੈਂ ਇਸ ਗੱਲ ਨਾਲ ਮੈਨੂੰ ਕੋਈ ਦੋ ਰਾਏ ਨਹੀਂ ਕਿ ਜਿਹੜੇ ਲੋਕ ਸਿਧਾਂਤ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਟਪਟਾ ਜਿਹਾ ਜ਼ਰੂਰ ਲੱਗਿਆ ਹੋਊਗਾ, ਪਰ ਜਿਨ੍ਹਾਂ ਦਾ ਗੈਰ ਸਿਧਾਂਤਕ ਸਵਾਲ ਹੈ ਸ਼ਾਇਦ ਉਹਨਾਂ ਨੂੰ ਜਵਾਬ ਇਹ ਠੀਕ ਵੀ ਲੱਗਿਆ ਹੋਵੇ, ਔਰ ਲੱਗਿਆ ਵੀ ਹੈ। ਮੈਨੂੰ ਈਮੇਲਸ ਆਈਆਂ ਨੇ ਕਿ ਉਹਨਾਂ ਨੂੰ ਲੱਗਾ ਕਿ ਹਾਂ ਇਹ ਸਾਨੂੰ ਹੁਣ ਸਮਝ ਲੱਗੀ ਆ, ਕਿਉਂਕਿ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਇਸ ਤਰੀਕੇ ਨਾਲ, ਦੇਖੋ ਹਰ ਇੱਕ ਬੰਦੇ ਦਾ ਨਾ ਆਪਣਾ ਆਪਣਾ ਅਲੱਗ-ਅਲੱਗ ਨਜ਼ਰੀਆ ਹੁੰਦਾ, ਅਲੱਗ-ਅਲੱਗ ਲੈਵਲ ਹੁੰਦਾ ਹਰ ਇੱਕ ਤਰੀਕੇ ਨਾਲ, ਕਿਉਂਕਿ ਇਹ ਗੈਰ ਸਿਧਾਂਤਕ ਸਵਾਲ ਸੀਗਾ ਔਰ ਗੈਰ ਸਿਧਾਂਤਕ ਤਰੀਕੇ ਨਾਲ ਹੀ ਸਮਝਾਇਆ ਜਾ ਸਕਦਾ ਸੀ। ਹਾਂ, ਮੇਰੀ ਗਲਤੀ ਜੋ ਹੋ ਗਈ ਉਹ ਇਹ ਹੋ ਗਈ ਕਿ ਜਿਹੜਾ ਮੈਂ ਸਪਿਰਿਚੁਅਲ DNA ਦੀ ਬਜਾਏ ਕੋਈ ਇੱਕ ਨੋਰਮਲ ਜਾਂ ਛੋਟੀ ਕੋਈ ਈਜ਼ੀ ਐਗਜ਼ਾਮਪਲ ਲੈ ਲੈਂਦੀ, ਜਿੱਦਾਂ ਕਿ ਇੱਕ ਦੀਵੇ ਦੀ ਐਗਜ਼ਾਮਪਲ, ਕਿ ਅਗਰ ਜਿਹੜਾ ਇੱਕ ਦੀਵਾ ਹੈ ਉਹ ਉਹਨੂੰ ਜੋ ਕਿ ਉਹਦੇ 'ਚ ਲੌ ਹੈਗੀ ਆ, ਹੈ ਨਾ, ਜੋਤ ਹੈਗੀ ਆ, ਜਾਂ ਉਹ ਰੋਸ਼ਨੀ ਕਰ ਰਿਹਾ, ਉਹਦੀ ਰੋਸ਼ਨੀ ਤੋਂ ਆਪਾਂ ਬਾਕੀ ਜਿਹੜੇ ਦੀਵੇ ਆ ਉਹ ਜਗਾ ਦਿੰਦੇ ਆ, ਤੇ ਹੁਣ ਉਹ ਰੋਸ਼ਨੀ ਤਾਂ ਇੱਕੋ ਹੀ ਹੈ ਨਾ। ਇਹ ਤਾਂ ਨਹੀਂ ਕਵਾਂਗੇ ਕਿ ਇਹਨਾਂ ਦੀ ਰੋਸ਼ਨੀ ਵੱਖਰੀ ਆ, ਉਹਦੀ ਵੱਖਰੀ ਸੀਗੀ, ਰੋਸ਼ਨੀ ਇੱਕੋ ਹੀ ਆ, ਪਰ ਉਹਦੇ ਤੋਂ ਬਾਕੀ ਜਲ ਗਏ, ਉਹਦੇ ਤੋਂ ਬਾਕੀਆਂ ਦੀ ਜਿਹੜੀ ਹੈਗੀ ਆ ਉਹ ਜਵਾਲਾ ਉਹ ਪ੍ਰਜਵਲਿਤ ਹੋ ਗਈ। ਇੰਨੀ ਕੁ ਗੱਲ ਹੈ। ਪਰ ਇਹ ਜਿਹੜੀ ਉਦਾਹਰਣ ਹੈ ਇਹ ਵੀ ਆਪਣੇ ਆਪ 'ਚ ਇਹ ਵੀ ਸਿਧਾਂਤਕ ਤੌਰ ਦੇ ਉੱਤੇ ਨਹੀਂ ਹੈ, ਕਿਉਂਕਿ ਜਿਹੜੇ ਜੋਤ ਦਾ ਫਲਸਫਾ ਹੈ ਨਾ ਜੀ, ਉਹ ਸਮਝਣ ਵਾਲਾ ਘੱਟ ਤੇ ਮਹਿਸੂਸ ਕਰਨ ਵਾਲਾ ਜ਼ਿਆਦਾ ਹੈ। ਔਰ ਜੇ ਕਿਸੇ ਨੇ ਸਮਝਣਾ ਹੈ ਤਾਂ ਉਹਨੂੰ ਸਿੱਖੀ ਸਿਧਾਂਤ ਦੇ ਵਿੱਚ ਆ ਕੇ ਹੀ ਸਮਝਿਆ ਜਾ ਸਕਦਾ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਅਸੀਂ ਅਸੀਂ ਪਹਿਲੀ ਕੱਚੀ 'ਚ ਹੁੰਦੇ ਹਾਂ, ਹੈ ਨਾ, ਤੇ ਜਾਂ ਇਹ ਕਹਿ ਲਓ ਕਿ ਪ੍ਰੀ ਨਰਸਰੀ 'ਚ ਹੁੰਦੇ ਹਾਂ, ਨਰਸਰੀ 'ਚ ਹੁੰਦੇ ਹਾਂ, ਛੋਟੀ ਕਲਾਸ 'ਚ ਹੁੰਦੇ ਹਾਂ, ਤੇ ਅਸੀਂ ਕਹਿੰਦੇ ਹਾਂ ਕਿ ਮਾਸਟਰਸ, ਜਿੱਦਾਂ ਮੈਂ
ਮਾਸਟਰ ਕਰ ਜਾ, ਹੈ ਨਾ। ਤੋ ਲੈਵਲ ਸਾਡਾ ਪਹਿਲੀ ਜਮਾਤ ਵਾਲਾ ਹੁੰਦਾ ਹੈ, ਤੇ ਅਸੀਂ ਜਿਹੜਾ ਸਵਾਲ ਜਾਂ ਜਿਹੜੀ ਨੌਲੇਜ ਅਸੀਂ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਡੀ ਮਾਸਟਰ ਲੈਵਲ ਵਾਲਾ ਹੁੰਦਾ। ਤਾਂ ਕਰਕੇ ਕਨਫਿਊਜ਼ਨ ਪੈ ਜਾਂਦੀ ਹੈ। ਮੇਰੇ ਵਰਗੇ ਵੀ ਕੁਝ ਮੂਰਖ ਜਿਹੜੇ ਲੋਕ ਨੇ ਉਹ ਵੀ ਫਿਰ ਆਪਣੇ ਦਿਮਾਗ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਨੇ ਕਿ ਚਲੋ ਜੇ ਇਹਨਾਂ ਨੇ ਸਵਾਲ ਕੀਤਾ ਤਾਂ ਮੈਂ ਉਹਨੂੰ ਇਸ ਤਰੀਕੇ ਨਾਲ ਜਵਾਬ ਦੇ ਦੇਵਾਂ, ਤੇ ਉਹਦੇ ਨਾਲ ਕਨਫਿਊਜ਼ਨ ਤਾਂ ਜੀ ਪਊਗੀ, ਹੈ ਨਾ। ਕਿਉਂਕਿ ਮੈਂ ਜਿਹੜਾ ਪਹਿਲੀ ਕਲਾਸ ਦੇ ਵਿੱਚ ਬੱਚਾ ਹਜੇ ABC ਲਿਖ ਰਿਹਾ ਜਾਂ ਊੜਾ ਐੜਾ ਹਜੇ ਲਿਖਣਾ ਸਿੱਖ ਰਿਹਾ, ਤੇ ਮੈਂ ਉਹਨੂੰ ਨੋਵਲ ਦੇ ਦਾਂ ਕਿ ਆਹ ਪੜ੍ਹ ਪੂਰਾ, ਹੈ ਨਾ, ਤੇ ਜਾਂ ਮੈਂ ਉਹਨੂੰ ਨੋਵਲ ਸਮਝਾਉਣ ਲੱਗ ਜਾਂ ਤੇ ਉਹਦੇ 'ਚ ਉਹ ਗੜਬੜ ਹੋ ਜਾਊਗੀ। ਇਹ ਹੈਗਾ, ਕਿਉਂਕਿ ਹੁਣ ਜਿਨ੍ਹਾਂ ਨੇ ਇਹ ਸਵਾਲ ਕੀਤਾ ਕਿ ਉਹ ਜਿਹੜੀ ਪਹਿਲੀ ਜੋਤ ਆ ਉਹ ਕਿੱਥੇ ਗਈ, ਇਹ ਗੈਰ ਸਿਧਾਂਤਕ ਸਵਾਲ ਹੈ, ਔਰ ਬੜਾ ਕਹਿ ਲਓ ਕਿ ਆਪਣੇ ਆਪ 'ਚ ਬੜਾ ਅਲੱਗ ਛੋਟੇ ਲੈਵਲ ਦੇ ਉੱਤੇ ਆ ਕੇ ਜਾ ਕੇ ਪੁੱਛਿਆ ਜਾ ਸਕਦਾ ਹੈ ਸਵਾਲ। ਪਰ ਜਿਹੜਾ ਜੋਤ ਦਾ ਫਲਸਫਾ ਹੈ ਉਹ ਬਹੁਤ ਵੱਡਾ ਫਲਸਫਾ ਹੈ। ਉਹਨੂੰ ਨਾ ਤਾਂ ਸਮਝਾ ਸਕਦਾ ਕੋਈ, ਨਾ ਉਹ ਦੱਸਿਆ ਜਾ ਸਕਦਾ, ਉਹ ਤਾਂ ਸਿਰਫ ਮਹਿਸੂਸ ਕੀਤਾ ਜਾ ਸਕਦਾ, ਤੇ ਮਹਿਸੂਸ ਵੀ ਗੁਰੂ ਦੀ ਕਿਰਪਾ ਨਾਲ ਕੀਤਾ ਜਾ ਸਕਦਾ। ਮੇਰੇ ਵਰਗੇ ਕਈ ਜਿਹੜੇ ਨੇ ਨਾ ਉਹ ਗੁਰੂ ਮਹਾਰਾਜ ਦੇ ਦਰ ਦੇ ਉੱਤੇ ਬੱਝੇ ਜਿਹੜੇ ਕੁੱਕਰ ਨੇ ਉਹ ਬੋਲੀ ਜਾਣ, ਭੌਂਕੀ ਜਾਣ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਸਿਰਫ ਕੰਮ ਜਿਹੜਾ ਗੁਰੂ ਨੇ ਦਿੱਤਾ ਉਹ ਸਿਰਫ ਇਹੀ ਦਿੱਤਾ ਹੈ ਕਿ ਬਸ ਤੁਸੀਂ ਬੋਲੀ ਚੱਲੋ, ਔਰ ਅਸੀਂ ਉਹੀ ਕਰ ਸਕਦੇ ਹਾਂ, ਅਸੀਂ ਹੋਰ ਕੁਛ ਨਹੀਂ ਕਰ ਸਕਦੇ। ਇਹ ਸਮਝਣ ਦੇ ਲਈ ਗੁਰੂ ਦੇ ਹੀ ਚਰਨਾਂ 'ਚ ਜਾਇਆ ਜਾਵੇ ਤਾਂ ਫਿਰ ਗੁਰੂ ਹੀ ਆਪਣੀ ਕਿਰਪਾ ਕਰੇ ਤਾਂ ਜੋਤ ਦਾ ਪੂਰੀ ਜੁਗਤ ਜਿਹੜੀ ਉਹ ਸਮਝ ਲੱਗ ਸਕਦੀ ਹੈ। ਖੈਰ, ਆਪਣੀ ਗਲਤੀ ਨੂੰ ਥੋੜ੍ਹਾ ਜਿਹਾ ਸੁਧਾਰਦੀ ਹੋਈ ਜਿਹੜੇ ਸਿਧਾਂਤਕ ਪੱਖ ਤੋਂ ਜਿਹੜਾ ਇਹਦਾ ਜਵਾਬ ਹੈ ਮੈਂ ਉਹ ਵੀ ਦੇਣਾ ਜਿਹੜਾ ਜ਼ਰੂਰੀ ਸਮਝਦੀ ਹਾਂ। ਤੋ ਜਿਹੜਾ ਸਹੀ ਉੱਤਰ ਜਾਂ ਕਹਿ ਲਓ ਕਿ ਸਿਧਾਂਤਕ ਤੌਰ ਦੇ ਉੱਤੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਉਹ ਵੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਫ਼ ਦਰਜ ਹੈ, ਔਰ ਗੁਰੂ ਪਾਤਸ਼ਾਹ ਦੱਸਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਇਓ, ਤਤ ਸੇ ਤਤ ਮਿਲਾਇਓ। ਕਹਿੰਦੇ ਨੇ ਜਿਹੜਾ ਜੋਤ ਰੂਪ ਹੈ ਉਹੀ ਨਾਨਕ ਕਹਾਇਆ। ਜੋਤ ਰੂਪ ਨੇ ਮਤਲਬ ਸਰੀਰ ਦਾ ਕੋਈ ਜ਼ਿਕਰ ਨਹੀਂ ਹੈ ਇੱਥੇ, ਜੋਤ ਰੂਪ ਨੇ ਹੀ ਗੁਰੂ ਨਾਨਕ ਕਹਾਇਆ, ਔਰ ਉਸ ਗੁਰੂ ਨਾਨਕ ਨੇ ਜਦੋਂ ਗੁਰੂ ਅੰਗਦ ਜਿਹੜਾ ਹੈ ਉਹ ਤਤ ਸੇ ਤਤ ਮਿਲਾਇਓ, ਤੇ ਫਿਰ ਉਹ ਗੁਰੂ ਅੰਗਦ ਹੋ ਗਏ। ਕਿ ਗੁਰੂ ਤਤ ਸੇ ਤਤ ਮਿਲਾਇਓ ਮਤਲਬ ਗੁਰੂ ਨਾਨਕ ਹੀ ਗੁਰੂ ਅੰਗਦ ਹੋ ਗਏ। ਸੋ ਇਹ ਜੋਤ ਕੋਈ ਲੀਵ ਨਹੀਂ ਕੀਤੀ, ਇਹ ਨਹੀਂ ਹੋਇਆ ਕਿ ਗੁਰੂ ਨਾਨਕ ਦੀ ਜੋਤ ਜਿਹੜੀ ਆ ਉਹ ਕੋਈ ਜਿੱਦਾਂ ਫਿਲਮਾਂ ਦੇ ਵਿੱਚ ਦਿਖਾਉਂਦੇ ਆ ਕਿ ਇੱਕ ਉਹ ਇੱਥੇ ਕੋਈ ਲਾਈਟ ਨਿਕਲਦੀ ਹੈ ਤੇ ਲਾਈਟ ਨਿਕਲ ਕੇ ਦੂਜੇ ਚਲੇ ਜਾਂਦੀ, ਇੱਦਾਂ ਦਾ ਕੁਛ ਨਹੀਂ ਹੋਇਆ। ਤਤ ਸਿਓ ਤਤ ਮਿਲਾਇਓ ਕਿ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਗੁਰੂ ਨਾਨਕ ਹੀ ਕਰ ਲਿਆ, ਔਰ ਗੁਰੂ ਨਾਨਕ ਤਾਂ ਖੁਦ ਜੋਤ ਰੂਪ ਨੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ। ਹੁਣ ਇਹ ਆ ਸਿਧਾਂਤ। ਇਸ ਸਿਧਾਂਤ ਨੂੰ ਸਮਝਣ ਦੇ ਲਈ ਗੁਰੂ ਚਰਨਾਂ ਦੇ ਵਿੱਚ ਹੀ ਜਾਇਆ ਜਾਵੇ ਤਾਂ ਸਮਝਿਆ ਜਾ ਸਕਦਾ, ਅਦਰਵਾਈਜ਼ ਸੁਪਰਫਿਸ਼ੀਅਲ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰ ਸਕਦੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੀ ਆਉਂਦਾ, ਜੋਤ ਓਹਾ ਜੁਗਤ ਸਾਈ ਸੇ ਕਾਇਆ ਫਿਰ ਪਲਟੀਏ। ਜੋਤ ਓਹਾ ਜੁਗਤ ਸਾਈ, ਕਿ ਜੋਤ ਵੀ ਉਹੀ ਹੈ, ਜੁਗਤ ਵੀ ਉਹੀ ਹੈ। ਜੁਗਤ ਮਤਲਬ ਸਿਧਾਂਤ, ਉਹ ਵੀ ਉਹੀ ਹੈ, ਸਿਰਫ ਬਦਲਿਆ ਕੀ ਹੈ, ਸਰੀਰ। ਸੋ ਜਦੋਂ ਗੁਰੂ ਨਾਨਕ ਦਾ ਸਰੀਰ ਜਿਹੜਾ ਹੈ ਉਹ ਗੁਰੂ ਅੰਗਦ ਬਣਦਾ ਕਿ ਹੁਣ ਗੁਰੂ ਨਾਨਕ ਗੁਰੂ ਅੰਗਦ ਸਰੀਰਕ ਰੂਪ ਦੇ ਉੱਤੇ ਤੁਸੀਂ ਵੇਖੋਗੇ ਤਾਂ ਉਹ ਦੋ ਅਲੱਗ-ਅਲੱਗ ਨੇ, ਪਰ ਉਹਨਾਂ ਦੋਵਾਂ ਦੀ ਸਿਧਾਂਤ ਵੀ ਸੇਮ ਨੇ ਤੇ ਜੋਤ ਵੀ ਇੱਕੋ ਹੀ ਹੈ। ਯਾਨੀ ਕਿ ਇੱਕੋ ਹੀ ਤਰ੍ਹਾਂ ਦੀ ਲਾਈਟ ਦੋਨਾਂ ਦੇ ਵਿੱਚ ਹੈ, ਇੱਕੋ ਹੀ ਤਰ੍ਹਾਂ ਦੀ। ਔਰ ਲਾਈਟ ਜਿਹੜੀ ਹੁੰਦੀ ਹੈ ਨਾ ਉਹ ਸਿਧਾਂਤਾਂ ਦੀ ਲਾਈਟ ਹੁੰਦੀ ਆ, ਹੈ ਨਾ। ਹੁਣ ਫਿਰ ਕੋਈ ਸੋਚੂਗਾ ਕਿ ਅੱਛਾ ਫਿਰ ਜੋਤ ਕੀ ਹੋਈ, ਕਿਉਂਕਿ ਇਹ ਚੀਜ਼ ਮੈਂ ਫਿਰ ਦੁਹਰਾ ਦਿਆਂ ਕਿ ਇਹ ਸਿਰਫ ਇਹ ਐਕਸਪੀਰੀਅੰਸ ਦੇ ਵਿੱਚੋਂ ਇਹ ਫੀਲ ਕਰਨ ਵਾਲੀ ਚੀਜ਼ ਹੈ, ਇਹ ਮਹਿਸੂਸ ਕਰਨ ਵਾਲੀ ਚੀਜ਼ ਹੈ, ਔਰ ਗੁਰੂ ਚਰਨਾਂ ਦੇ ਵਿੱਚ ਜਾ ਕੇ ਹੀ ਮਹਿਸੂਸ ਕਰ ਸਕਦੀ ਹੈ। ਕਿਸੇ ਕਿਰਨਪ੍ਰੀਤ ਦੀ ਜ਼ੁਬਾਨ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਇਸ ਪੂਰੇ ਐਡੇ ਵੱਡੇ ਫਲਸਫੇ ਨੂੰ ਕੁਛ ਅੱਖਰਾਂ ਦੇ ਵਿੱਚ ਦੱਸ ਦੇਵੇ। ਮੈਂ ਤਾਂ ਸਿਰਫ ਆਪ ਜੀ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕਰ ਸਕਦੀ ਹਾਂ। ਇੱਕ ਸਿਰਫ ਕੋਸ਼ਿਸ਼ ਮੇਰੀ ਪ੍ਰਵਾਨ ਕਰ ਲਿਓ ਜੇ, ਬਸ ਇੰਨਾ ਕੀ ਬੜਾ ਹੈ। ਸੋ ਉਹ ਜਿਹੜੀ ਇੱਕੋ ਜੋਤ ਹੈ, ਇੱਕੋ ਸਿਧਾਂਤ ਹੈ, ਸਿਰਫ ਸਰੀਰ ਬਦਲ ਰਿਹਾ। ਹੁਣ ਜੋਤ ਦੀ ਜਿਹੜੀ ਸਮਰੱਥਾ ਹੈ ਜੋ ਜੁਗਤ ਦੇ ਨਾਲ ਮਿਲ ਕੇ ਤੇ ਫਿਰ ਉਹ ਦੈਵੀ ਸ਼ਕਤੀ ਦੇ ਪ੍ਰਵਾਹ ਦਾ ਕਾਰਨ ਬਣਦੀ ਹੈ, ਕਿਉਂਕਿ ਜੋਤ ਤੇ ਜੁਗਤ ਦੋਵੇਂ ਚਾਹੀਦੇ ਹੈ ਨਾ। ਜੋਤ ਵੀ ਉਹੀ ਹੋਣੀ ਚਾਹੀਦੀ ਹੈ ਤੇ ਜੁਗਤ ਵੀ ਉਹੀ, ਮਤਲਬ ਸਿਧਾਂਤ ਵੀ ਉਹੀ ਹੋਣਾ ਚਾਹੀਦਾ, ਔਰ ਉਹ ਹੋਊਗਾ ਕਿਉਂਕਿ ਜੇ ਜੋਤ ਉਹ ਹੈ ਤੇ ਸਿਧਾਂਤ ਵੀ ਉਹੀ ਰਹੂਗਾ। ਸਰੀਰ ਚਾਹੇ ਬਦਲ ਜਾਏ ਤੇ ਉਹਦੇ ਵਿੱਚੋਂ ਹੀ ਫਿਰ ਦੈਵੀ ਸ਼ਕਤੀ ਦਾ ਜਿਹੜਾ ਉਹ ਪ੍ਰਵਾਹ ਹੋਊਗਾ। ਹੁਣ ਇਹ ਆਪਣੇ ਆਪ ਦੇ ਵਿੱਚ ਨਾ ਸਿੰਪਲ ਵੀ ਹੈਗਾ ਤੇ ਆਪਣੇ ਆਪ ਦੇ ਵਿੱਚ ਬੜਾ ਕੰਪਲਿਕੇਟਡ ਵੀ ਹੈ।
ਪਰ ਇਹ ਆਪਣੇ ਆਪ ਦੇ ਵਿੱਚ ਇੱਕ ਕਹਿ ਲਓ ਕਿ ਅਲੌਕਿਕ ਵੀ ਹੈਗਾ। ਹੁਣ ਅਲੌਕਿਕ ਰਹੱਸ ਨੂੰ ਸਮਝਣ ਦੇ ਵਾਸਤੇ ਅਲੌਕਿਕ ਮਨ ਹੋਣਾ ਵੀ ਜ਼ਰੂਰੀ ਹੈ, ਅਲੌਕਿਕ ਸਮਝ ਹੋਣੀ ਵੀ ਜ਼ਰੂਰੀ ਹੈ। ਸੋ ਜਦੋਂ ਗੁਰੂ ਮਹਾਰਾਜ ਇਹ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਹੁਣ ਖਾਲਸਾ ਧਿਆਨ ਦਈਏ ਤਾਂ ਉਹ ਇੱਕ ਇਨਸਾਨ ਨਹੀਂ ਹੈ, ਖਾਲਸਾ ਤਾਂ ਸਾਰਾ ਹੀ ਹੈ ਨਾ। ਜਿਹੜਾ ਖਾਲਸਾ ਜਦੋਂ ਆਪਾਂ ਵਿੱਚ ਵੇਖੀਏ ਤਾਂ ਸਰੀਰ ਤਾਂ ਉੱਥੇ ਕਈ ਸਰੀਰ ਨੇ, ਪਰ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਤਾਂ ਉਹਦਾ ਮਤਲਬ ਕੀ ਆ ਕਿ ਉਹ ਜੋਤ ਤੇ ਜੁਗਤ ਯਾਨੀ ਕਿ ਜੋਤ ਤੇ ਸਿਧਾਂਤ ਦੇ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਨਿਵਾਸ ਕਰਨਗੇ, ਖਾਲਸੇ ਦੇ ਵਿੱਚ ਨਿਵਾਸ ਕਰਨਗੇ। ਸੋ ਇਹਦਾ ਮਤਲਬ ਇਹ ਹੈ ਤੇ ਸਰੀਰਾਂ ਦੀ ਗੱਲ ਰਹਿ ਨਹੀਂ ਜਾਂਦੀ। ਜਦੋਂ ਭਾਈ ਜੇਠਾ ਜੀ ਨੂੰ ਇਹ ਸਮਝ ਲੱਗ ਜਾਂਦੀ ਹੈ, ਜਦੋਂ ਸੰਗਤ ਦੇ ਵਿੱਚ ਰਹਿ ਕੇ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਨੂੰ ਇਲਹਾਮ ਹੋ ਜਾਂਦਾ ਕਿ ਇਹੀ ਸ਼ਬਦ ਹੀ ਗੁਰੂ ਹੈ, ਤਾਂ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਦਾ ਸਰੀਰ, ਗੁਰੂ ਨਾਨਕ ਸਾਹਿਬ ਦੇ ਸਰੀਰ, ਇਹ ਉਹਨਾਂ ਦੇ ਵਾਸਤੇ ਇਹਦਾ ਜ਼ਿਕਰ ਹੀ ਨਹੀਂ ਆ। ਉਹ ਸਿਰਫ ਗੁਰੂ ਨਾਨਕ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਸਾਰੇ ਜਿਹੜੇ ਨੇ ਉਹ ਸ਼ਬਦ ਰੂਪ ਨੇ, ਔਰ ਸ਼ਬਦ ਇੱਕ ਹੈ। ਗੁਰੂ ਨਾਨਕ ਸ਼ਬਦ ਰੂਪ ਜੋ ਜੋਤ ਰੂਪ ਹੈ ਨਾ, ਉਹ ਉਹੀ ਹੋ ਜਾਂਦੇ ਨੇ। ਤੇ ਫਿਰ ਜਦੋਂ ਇਹ ਸਮਝ ਆ ਜਾਂਦੀ ਹੈ ਉਦੋਂ ਫਿਰ ਉਹਨਾਂ ਨੂੰ ਉਹ ਰੂਪ ਉਸੇ ਰੂਪ ਦੇ ਵਿੱਚ ਉਹ ਵੀ ਵਿਲੀਨ ਹੋ ਜਾਂਦੇ ਨੇ। ਤਤ ਸਿਓ ਤਤ ਮਿਲਾਇਓ, ਉਦੋਂ ਫਿਰ ਉਹ ਤਤ 'ਚ ਤਤ ਮਿਲਦਾ, ਕਿਉਂਕਿ ਤਤ ਦੇ ਵਿੱਚ ਤਤ ਮਿਲਣ ਦੇ ਲਈ ਦੋਵਾਂ ਦੀ ਇਕੁਐਲਿਟੀ ਤਾਂ ਚਾਹੀਦੀ ਹੈ ਨਾ, ਦੋਵੇਂ ਉਸ ਬਰਾਬਰ ਉਸ ਲੈਵਲ ਤੇ ਤਾਂ ਹੋਣੇ ਚਾਹੀਦੇ ਆ ਨਾ। ਇੱਕ ਦਾ ਲੈਵਲ ਥੋੜਾ ਹੋਊਗਾ, ਇੱਕ ਦਾ ਵੱਧ ਹੋਊਗਾ, ਉਹ ਮਿਲ ਹੀ ਨਹੀਂ ਸਕਦੇ, ਪੋਸੀਬਿਲਿਟੀ ਨਹੀਂ ਆ। ਸੋ ਦੋਨਾਂ ਨੂੰ ਇੱਕ ਲੈਵਲ ਦੇ ਉੱਤੇ ਹੋਣਾ ਪਊਗਾ। ਜਦੋਂ ਭਾਈ ਜੇਠਾ ਜੀ ਬਿਲਕੁਲ ਗੁਰੂ ਅਮਰਦਾਸ ਹੀ ਹੋ ਜਾਂਦੇ ਨੇ, ਉਦੋਂ ਫਿਰ ਉਹ ਜੇਠਾ ਨਾ ਰਹਿ ਕੇ ਗੁਰੂ ਰਾਮਦਾਸ ਪਾਤਸ਼ਾਹ ਬਣ ਜਾਂਦੇ ਨੇ। ਹੁਣ ਜਿਹੜੀ ਇਹਦੇ ਉੱਤੇ ਜਿਹੜੀ ਮੋਹਰ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲਾਉਂਦੇ ਨੇ। ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਸ਼੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ। ਮੇਰੇ ਨਾਲ ਚੱਲਦੇ ਰਹੋ। ਸ਼੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖ ਮੂੜ ਨਾ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਣਾ। ਜੇ ਅਲੱਗ ਅਲੱਗ ਕਰਕੇ ਜਾਣੋਗੇ। ਏਕ ਰੂਪ ਕਿਨਹੋ ਪਹਿਚਾਨਾ, ਜਿਨ ਜਾਨਾ ਤਿਨ ਹੀ ਸਦ ਪਾਈ। ਜਿਨ੍ਹਾਂ ਨੇ ਇਹਨਾਂ ਨੂੰ ਇੱਕ ਰੂਪ ਕਰਕੇ ਜਾਣਿਆ, ਉਹਨਾਂ ਨੇ ਹੀ ਸਿੱਧ ਪਾਈ ਆ, ਬਿਨ ਸਮਝੇ ਸਿੱਧ ਹਾਥ ਨਾ ਆਈ। ਹੁਣ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਕਲੀਅਰ ਦੱਸ ਦਿੰਦੇ ਨੇ ਕਿ ਗੁਰੂ ਨਾਨਕ ਨੂੰ ਹੀ ਗੁਰੂ ਅੰਗਦ ਕਰਕੇ ਜਾਣਿਆ ਜਾਊਗਾ, ਗੁਰੂ ਅੰਗਦ ਹੀ ਗੁਰੂ ਅਮਰਦਾਸ ਨੇ, ਗੁਰੂ ਅਮਰਦਾਸ ਹੀ ਗੁਰੂ ਰਾਮਦਾਸ ਨੇ। ਜੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਸਮਝੋਗੇ ਤਾਂ ਕੁਛ ਹੱਥ ਨਹੀਂ ਆਉਣਾ, ਕਿਸੇ ਹਿਸਾਬ ਨਾਲ ਸਿੱਖੀ ਸਿਧਾਂਤ ਹੀ ਪੱਲੇ ਨਹੀਂ ਪੈਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੋਹਰ ਲਾਉਂਦੇ ਨੇ ਇਹਦੇ ਤੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮਹਾਰਾਜ ਦੇ ਵਿੱਚ ਆਪਾਂ ਦੇਖ ਲਿਆ ਕਿ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਫਲਸਫਾ ਦੱਸਿਆ ਕਿ ਜੋਤ ਉਹੀ ਹੈ, ਜੁਗਤ ਵੀ ਉਹੀ ਹੈ, ਸਿਰਫ ਸਰੀਰ ਪਲਟਿਆ ਹੈ। ਔਰ ਕਿਉਂਕਿ ਸਾਡਾ ਗੁਰੂ ਸ਼ਬਦ ਗੁਰੂ ਹੈ ਤੇ ਇਸ ਕਰਕੇ ਅਸੀਂ ਜੋਤ ਤੇ ਜੁਗਤ ਦੀ ਗੱਲ ਕਰਦੇ ਹਾਂ। ਸਰੀਰਾਂ ਦੀ ਤਾਂ ਸਾਡੇ 'ਚ ਗੱਲ ਹੀ ਕੋਈ ਨਹੀਂ। ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਸਰੀਰ ਚਾਹੇ ਅਲੱਗ-ਅਲੱਗ ਹੈ, ਪਰ ਜੋਤ ਤੇ ਜੁਗਤ ਦੇ ਰੂਪ ਦੇ ਵਿੱਚ ਉਹ ਇੱਕੋ ਹੀ ਨੇ, ਉਹ ਇੱਕ ਹੀ ਨੇ। ਗੁਰੂ ਰਾਮਦਾਸ ਮਹਾਰਾਜ ਨੂੰ ਦੇਖਦਿਆਂ ਹੀ ਕਿਹਾ ਜਾ ਸਕਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ, ਹੈ ਨਾ। ਬਾਰ-ਬਾਰ ਜਦੋਂ ਅਸੀਂ ਇਸ ਗੱਲ ਦੇ ਉੱਤੇ ਮੈਂ ਬਾਰ-ਬਾਰ ਜ਼ੋਰ ਦਿੰਦੀ ਹਾਂ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਨਾ ਅਸੀਂ ਖਾਲਸੇ ਹਾਂ, ਤਾਂ ਸਮਝਿਆ ਕਰੋ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਿਪਰੈਜ਼ੈਂਟ ਕਰ ਰਹੇ ਆ। ਤੁਸੀਂ ਇਹ ਕਹਿ ਰਹੇ ਆ ਕਿਉਂਕਿ ਗੁਰੂ ਮਹਾਰਾਜ ਨੇ ਆਪ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਤੇ ਇਸ ਕਰਕੇ ਸਾਡੇ ਵਿੱਚ ਗਲਤੀ ਦੀ ਇੰਨੀ ਜਿੰਨੀ ਵੀ ਗੁੰਜਾਇਸ਼ ਨਹੀਂ ਹੈ। ਨਾ ਅਸੀਂ ਸਾਡਾ ਕਰੈਕਟਰ ਕਿਸੇ ਤਰੀਕੇ ਨਾਲ ਮਾੜਾ ਹੋ ਸਕਦਾ, ਨਾ ਅਸੀਂ ਕਿਸੇ ਤਰੀਕੇ ਨਾਲ ਸਿਧਾਂਤਕ ਪੱਖੋਂ ਹੌਲੇ ਹੋ ਸਕਦੇ ਹਾਂ, ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਖਾਲਸਾ ਕਹਿਤਾ ਤੇ ਅਸੀਂ ਗੁਰੂ ਮਹਾਰਾਜ ਨੂੰ ਇਹ ਕਹਿਣਾ ਸ਼ੁਰੂ ਕਰਤਾ ਕਿ ਜਿਨ੍ਹਾਂ ਦਾ ਰੂਪ ਤੁਸੀਂ ਕਿਹਾ ਸੀ ਕਿ ਮੇਰਾ ਰੂਪ ਇਹ ਹੈ, ਉਹ ਮੈਂ ਹਾਂ, ਸਰੀਰਕ ਤੌਰ ਤੇ ਮੈਂ ਹਾਂ, ਹੈ ਨਾ। ਜਾਂ ਤਾਂ ਹੀ ਤਾਂ ਉਹ ਕਹਿੰਦੇ ਨੇ ਨਾ ਕਿ ਆਤਮਾ ਗ੍ਰੰਥ ਤੇ ਸਰੀਰ ਪੰਥ ਵਿੱਚ। ਸੋ ਜਦੋਂ ਪੰਥ ਨੂੰ ਵੇਖਿਆ ਜਾਊਗਾ, ਹੁਣ ਜਿਸ ਤਰੀਕੇ ਦਾ ਪੰਥ ਜੋ ਬਣ ਕੇ ਅੱਜ ਕੱਲ੍ਹ ਸਾਹਮਣੇ ਆ ਰਿਹਾ, ਜਿਹੜਾ ਕਦੀ ਮੋਦੀ ਦੇ ਪੈਰਾਂ 'ਚ ਪਿਆ ਹੁੰਦਾ ਤੇ ਕਦੀ ਕਿਸੇ ਡੇਰੇ ਵਾਲੇ ਦੇ ਪੈਰਾਂ 'ਚ ਪਿਆ ਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਦਾਂ ਦੇ ਨਹੀਂ ਹੋ ਸਕਦੇ। ਔਰ ਜਿੱਦਣ ਗੁਰੂ ਮਹਾਰਾਜ ਨੇ ਕਹਿਤਾ ਕਿ ਇਹ ਮੇਰੇ ਲੋਕ ਨਹੀਂ, ਅਸੀਂ ਰੁਲ ਜਾਵਾਂਗੇ। ਜਦ ਸਾਡੀ ਕੋਈ ਜੇਕਰ ਪੂਰੀ ਦੁਨੀਆ ਦੇ ਵਿੱਚ ਕੋਈ ਹੈਗੀ ਆ ਨਾ, ਤਾਂ ਉਹ ਇਸੇ ਕਰਕੇ ਆ ਕਿਉਂਕਿ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜੇ ਅਸੀਂ ਖਾਲਸੇ ਹੈਗੇ ਆ ਨਾ, ਤਾਂ ਗੁਰੂ ਮਹਾਰਾਜ ਦੇ ਸਿਧਾਂਤਾਂ ਨੂੰ ਸੰਭਾਲ ਕੇ ਰੱਖੀਏ, ਕਿਉਂਕਿ ਜੋਤ ਤੇ ਜੁਗਤ ਉਹਨਾਂ ਨੇ ਸਾਨੂੰ ਦਿੱਤੀ ਹੈ। ਤੇ ਜੇਕਰ ਅਸੀਂ ਨਹੀਂ ਸੰਭਾਲਾਂਗੇ,
ਜੇ ਅਸੀਂ ਇਹ ਸੋਚ ਲਿਆ ਕਿ ਕੋਈ ਗੱਲ ਨਹੀਂ ਜੀ ਅੱਜ ਦਾ ਆਪਾਂ ਇਹ ਕਰ ਲਈਏ ਹੈ ਨਾ, ਤਾਂ ਤੁਸੀਂ ਗਾਤਰਾ ਪਾ ਲਓ, ਜੋ ਮਰਜ਼ੀ ਕਰ ਲਿਓ, ਗੁਰੂ ਮਹਾਰਾਜ ਦੇ ਅਸੀਂ ਸਭ ਤੋਂ ਵੱਡੇ ਜਿਹੜੇ ਗੁਨੇਗਾਰ ਹੋਵਾਂਗੇ ਔਰ ਉਸ ਗੁਨਾਹ ਦੀ ਮਾਫੀ ਕੋਈ ਨਹੀਂ ਹੋਣੀ। ਕਿਉਂਕਿ ਅਸੀਂ ਜੋ ਕੁਝ ਵੀ ਕਰਦੇ ਹਾਂ, ਜੇ ਖਾਸ ਤੌਰ ਤੇ ਜਿਹੜੇ ਅੰਮ੍ਰਿਤਧਾਰੀ ਭੈਣ ਭਰਾ ਨੇ, ਜਿਹੜੇ ਆਪਣੇ ਆਪ ਨੂੰ ਖਾਲਸਾ ਹੋਣ ਦਾ ਮਾਣ ਲੈਂਦੇ ਨੇ, ਘੱਟੋ ਘੱਟ ਉਹ ਤਾਂ ਜ਼ਰੂਰ ਸਮਝਿਆ ਕਰੋ ਕਿ ਤੁਹਾਡੇ ਹਰ ਇੱਕ ਐਕਸ਼ਨ ਦੇ ਉੱਤੇ, ਤਾਂ ਹੀ ਇਸੇ ਕਰਕੇ ਹੁੰਦਾ ਨਾ ਕਿ ਛੋਟੀ ਜੀ ਗੱਲ ਦਾ ਬਤੰਗੜ ਬਣ ਜਾਂਦਾ, ਉਹ ਇਸੇ ਕਰਕੇ ਬਣ ਜਾਂਦਾ ਕਿਉਂਕਿ ਤੁਹਾਡੇ ਕੋਲੋਂ ਕਿਸੇ ਗਲਤੀ ਦੀ ਉਮੀਦ ਕੀਤੀ ਹੀ ਨਹੀਂ ਜਾ ਸਕਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਦੇ ਕੋਲੋਂ ਗਲਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸੋ ਸਾਡੀਆਂ ਗਲਤੀਆਂ ਕਦੀ ਵੀ ਮਾਫ ਨਹੀਂ ਹੋਣੀਆਂ, ਕਿਉਂਕਿ ਸਾਡੇ ਉੱਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ। ਸਾਨੂੰ ਸਾਡੇ ਗੁਰੂ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਚੇਲੇ ਜੇ, ਉਹਨਾਂ ਨੇ ਆਪ ਪੰਥ ਦੇ ਵਿੱਚ ਹੀ ਉਹਨਾਂ ਨੇ ਕਿਹਾ ਮੇਰਾ ਵਾਸ ਹੋਊਗਾ, ਤੇ ਜੇਕਰ ਪੰਥ ਹੀ ਇਦਾਂ ਗੜਬੜ ਕਰਨ ਲੱਗ ਗਿਆ ਤਾਂ ਫਿਰ ਪਤਾ ਨਹੀਂ। ਤੇ ਜਿਸ ਦਿਨ ਅਸੀਂ ਗੁਰੂ ਮਹਾਰਾਜ ਦਾ ਦਿਲ ਦਿਖਾਇਆ ਨਾ, ਦਿਖਾਦਾ ਅਸੀਂ ਵੈਸੇ ਰੋਜ਼ ਰਹੇ ਹਾਂ, ਪਰ ਉਹ ਬਹੁਤ ਦਿਆਲੂ ਆ। ਜੇਕਰ ਅਸੀਂ ਉਹਨਾਂ ਦੀ ਕਰੋਪੀ ਸਹੇੜ ਲਈ, ਗੁਰੂ ਮਹਾਰਾਜ ਦੀ ਕਰੋਪੀ ਸਹੇੜ ਲਈ, ਜੇਕਰ ਅਸੀਂ ਉਹਨਾਂ ਦਾ ਗੁੱਸਾ ਸਹੇੜ ਲਿਆ, ਤੇ ਯਾਦ ਰੱਖ ਲਿਓ ਉਹ ਜਿਹੜੀ ਬੀਬਾ ਬਾਦਲ ਨੇ ਗੱਲ ਕੀਤੀ ਸੀਗੀ ਨਾ, ਉਹ ਸਾਡੇ ਸਾਰਿਆਂ ਤੇ ਲਾਗੂ ਹੋ ਜਾਣੀ ਆ। ਯਾਦ ਰੱਖ ਲਿਓ ਇਹ ਗੱਲ, ਔਰ ਇਹ ਗੱਲ ਮੈਂ ਆਪਣੇ ਦਿਲੋਂ ਕਹਿ ਰਹੀ ਹਾਂ। ਮੇਰੀ ਗੱਲ ਕਿਸੇ ਨੂੰ ਹੋ ਸਕਦਾ ਚੰਗੀ ਲੱਗੇ ਨਾ ਲੱਗੇ, ਡਜ਼ਨਟ ਮੈਟਰ, ਕਿਉਂਕਿ ਬਹੁਤ ਗੱਲਾਂ ਨੇ। ਅੱਜ ਮੇਰੇ ਕੋਲ ਬਹੁਤ ਵੱਡਾ ਟੌਪਿਕ ਹੈ, ਇਸ ਕਰਕੇ ਮੈਂ ਹੋਰ ਪਾਸੇ ਨਾ ਜਾਵਾਂ ਤਾਂ ਚੰਗਾ। ਅਗਲੀ ਗੱਲ ਜਿਹੜੀ ਹੈ, ਹੁਣ ਭਾਈ ਨੰਦ ਲਾਲ ਜਿਹੜੇ ਨੇ ਉਹ ਵੀ ਆਪਣੀ ਗ੍ਰੰਥਾਵਲੀ ਦੇ ਵਿੱਚ ਦੱਸਦੇ ਨੇ। ਭਾਈ ਨੰਦ ਲਾਲ ਦਾ ਜੋਤ ਵਿਗਾਸ, ਰਹਿਤਨਾਮਾ, ਗੰਜਨਾਮਾ, ਭਾਈ ਨੰਦ ਲਾਲ ਜਿਹੜੇ ਨੇ ਉਹ ਵੀ ਇਸ ਗੱਲ ਬਾਰੇ ਇਹਦੇ ਉੱਤੇ ਮੋਹਰ ਲਾਉਂਦੇ ਨੇ ਕਿ ਕਿਸੇ ਵੀ ਗੁਰੂ ਸਾਹਿਬਾਨ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਮਹਾਰਾਜ ਤੱਕ ਇੱਕ ਹੀ ਨੇ। ਭਾਈ ਸੰਤੋਖ ਸਿੰਘ ਵੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਨੇ। ਔਰ ਸਭ ਤੋਂ ਵੱਡੀ ਗੱਲ, ਜਿਹੜੇ ਅੱਲਾ ਯਾਰ ਖਾਂ ਜੋਗੀ ਨੇ, ਜਿਹੜੇ ਕਿ ਖੁਦ ਮੁਸਲਮਾਨ ਨੇ, ਇਸ ਸਿਧਾਂਤ ਨੂੰ ਉਹ ਵੀ ਸਮਝ ਜਾਂਦੇ ਆ, ਔਰ ਉਹ ਬਕਾਇਦਾ ਸਮਝ ਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਾਨ ਦੇ ਵਿੱਚ, ਕਿਸ ਸ਼ਾਨ ਕਾ रुतबा तेरा अल्लाह गनी है, मस्कीन गरीबों में दलेरों में जरी है, अंगद है अमरदास है, अर्जुन भी तू ही है, नानक से लेके तेग बहादुर तू सब ही है, सभी है। ਹੁਣ ਇਹ ਅੱਲਾ ਯਾਰ ਖਾਂ ਜੋਗੀ ਜੋ ਕਿ ਖੁਦ ਮੁਸਲਮਾਨ ਨੇ, ਉਹ ਸਿੱਖ ਸਿਧਾਂਤ ਨੂੰ ਸਮਝਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਾਨ ਦੇ ਵਿੱਚ ਗੱਲ ਕਹਿ ਰਹੇ ਨੇ। ਜੇ ਉਹ ਸਮਝ ਸਕਦੇ ਨੇ ਕਿ ਇਹ ਸਾਰੇ ਇੱਕੋ ਹੀ ਨੇ, ਸਾਨੂੰ ਕੀ ਪ੍ਰੋਬਲਮ ਆ, ਅਸੀਂ ਕਿਉਂ ਇਹਨਾਂ ਚੱਕਰਾਂ 'ਚ ਪੈ ਜਾਂਦੇ ਹਾਂ। ਔਰ ਮੇਰੇ ਵਰਗੇ ਵੀ ਨਾਲ ਵਿੱਚ ਉਸ ਫਲੋ ਦੇ ਰੁੜ ਜਾਂਦੇ ਆ ਕਿ ਉਹਨੂੰ ਫਿਰ ਸਮਝਾਇਆ ਜਾਵੇ, ਕਿਉਂਕਿ ਇਹ ਜਿਹੜੀ ਜੋਤ ਦੀ ਗੱਲ ਹੈ ਨਾ, ਤਾਂ ਜੋਤ ਦਾ ਮਤਲਬ ਇਹ ਹੈ ਕਿ ਆਪਾਂ ਇਹਨੂੰ, ਮਤਲਬ ਨਹੀਂ ਮੈਂ ਇਹ ਕਹੂੰਗੀ, ਜੋ ਸਮਝਾਉਣ ਦੀ, ਜੋ ਗੱਲ ਕਰਨ ਦੀ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਉਹ ਗੁਰੂ ਨਾਨਕ ਨੇ ਹੀ ਕੀਤਾ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ 1699 ਦੀ ਵਿਸਾਖੀ ਦੇ ਉੱਤੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਤਿਆਰ ਕੀਤਾ, ਔਰ ਗੁਰੂ ਨਾਨਕ ਨੂੰ ਅਸੀਂ ਕਹਿ ਦਿੰਦੇ ਕਿ ਉਹਨਾਂ ਨੇ ਸਿਰਫ ਉਦਾਸੀਆਂ ਕੀਤੀਆਂ, ਤੇ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਨਾ, ਅਸੀਂ ਸਿੱਖੀ ਸਿਧਾਂਤਾਂ ਤੋਂ ਹੀ ਦੂਰ ਹੋ ਜਾਂਦੇ ਹਾਂ। ਜੇਕਰ ਸਿੱਖੀ ਸਿਧਾਂਤਾਂ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਕਹਿਣਾ ਪਊਗਾ ਕਿ ਉਦਾਸੀਆਂ ਵੀ ਗੁਰੂ ਨਾਨਕ ਨੇ ਕੀਤੀਆਂ, ਤੇ ਖਾਲਸਾ ਪੰਥ ਦੀ ਸਿਰਜਣਾ ਵੀ ਗੁਰੂ ਨਾਨਕ ਨੇ ਕੀਤੀ, ਤੇ ਯੁੱਧ ਜਿਹੜੇ ਨੇ ਉਹ ਵੀ ਗੁਰੂ ਨਾਨਕ ਨੇ ਹੀ ਲੜੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਤੋਂ ਅਲੱਗ ਨਹੀਂ ਨੇ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਕਨਫਿਊਜ਼ਨ ਦੀ ਗੱਲ ਹੋਈ ਸੀਗੀ, ਸ਼ਾਇਦ ਉਹ ਕਨਫਿਊਜ਼ਨ ਅੱਜ ਥੋੜ੍ਹੀ ਬਹੁਤ ਦੂਰ ਹੋਈ ਹੋਊਗੀ। ਫਿਰ ਵੀ ਅਗਰ ਤੁਹਾਨੂੰ ਕੋਈ ਹੋਰ ਇਹਦੇ ਵਿੱਚ ਸਵਾਲ ਹੋਣ, ਜਾਂ ਤੁਹਾਨੂੰ ਲੱਗੇ ਕਿ ਮੈਂ ਕੁਝ ਹੋਰ ਗਲਤੀਆਂ ਕੀਤੀਆਂ ਨੇ, ਆਈ ਐਮ ਆਲਵੇਜ਼ ਓਪਨ। ਤੁਹਾਡੇ ਸੁਜੈਸ਼ਨਸ ਤੁਸੀਂ ਜ਼ਰੂਰ ਮੈਨੂੰ ਲਿਖ ਕੇ ਭੇਜਿਓ। ਈਮੇਲ ਤੁਹਾਨੂੰ ਪਤਾ, ਮੈਨੂੰ ਜ਼ਰੂਰ ਈਮੇਲ ਕਰਿਓ। ਮੈਂ ਕੋਸ਼ਿਸ਼ ਕਰੂੰਗੀ ਕਿ ਅਗਲੀ ਵਾਰੀ ਫਿਰ ਮੈਂ ਹੋਰ ਜਿਹੜੇ ਜੇ ਕੋਈ ਗੈਪਸ ਰਹਿ ਗਏ ਹੋਣ ਜਾਂ ਕੁਝ ਕਨਫਿਊਜ਼ਨਸ ਰਹਿ ਗਈਆਂ ਹੋਣ, ਤੁਹਾਨੂੰ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂ। ਅੱਜ ਦੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਅਗਲੀ ਵਾਰ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ